कि फार्मेसी तुसी करते सीगे, फार्मेसी वाली लाइन चों तुसी ऑटोमोबाइल च किस तरह आ गए? ਉੱਥੇ ਕੀਤੀ ਵੀ ਡੀ ਫਾਰਮੇਸੀ ਬੀ ਫਾਰਮੀ ਦੋਨੋਂ ਮੈਂ ਕੀਤੀ, ਉੱਥੇ ਵੀ ਮੈਂ ਡਿਸਟਿੰਕਸ਼ਨ ਦੇ ਨਾਲ ਦੋਨੋਂ ਕਲੀਅਰ ਕੀਤੀਆਂ ਨੇ। ਤੇ ਪਰ ਜਿਹੜਾ ਸ਼ੌਂਕ ਜਿਹੜਾ ਸੀਗਾ ਵੀ ਬਾਈਕਸ ਵਾਸਤੇ ਜਾਂ ਆਟੋਮੋਟਿਵ ਲਾਈਨ ਵਾਸਤੇ, ਇਹਨਾਂ ਵਾਸਤੇ ਸੀਗਾ, ਸ਼ੁਰੂ ਤੋਂ ਹੀ ਸੀਗਾ। ਤੁਹਾਨੂੰ ਡਰ ਨਹੀਂ ਲੱਗਦਾ ਕਿ ਏਡੇ ਏਡੇ ਮਹਿੰਗੇ ਮੋਟਰਸਾਈਕਲ ਮੈਂ ਆਪਣੇ ਇੱਥੇ ਖੋਲ? ਐਕਚੁਅਲੀ ਜਿਵੇਂ ਹੁਣ ਤਾਂ ਇਹ ਸਾਰੀ ਚੀਜ਼ਾਂ ਦੀ ਇੰਜੀਨੀਅਰਿੰਗ ਮੈਨੂੰ ਸਮਝ ਆ ਗਈ ਨਾ ਵੀ ਕਿਵੇਂ ਕਿਵੇਂ ਕਰਕੇ ਹੈ ਵੀ ਸ਼ੁਰੂਆਤੀ ਤੌਰ ਤੇ ਤਾਂ ਆਪਣੇ ਤੇ ਐਕਸਪੈਰੀਮੈਂਟ ਕਰਨਾ ਪੈਂਦਾ ਵੀ ਜਿੰਨਾ ਕੁ ਬੰਦੇ ਨੂੰ ਪਤਾ ਹੋਵੇ ਉਹਨਾਂ ਕੀ ਕੰਮ ਕਰਨਾ ਚਾਹੀਦਾ, ਪੜ੍ਹ ਕੇ ਸਮਝ ਕੇ ਸਿੱਖ ਕੇ ਫਿਰ ਜੋ ਮਰਜ਼ੀ ਕਰੀ ਜਾਓ। ਤੇ ਇੱਧਰ ਵੀ ਜਿਵੇਂ ਇਨਗਰੇਵਿੰਗ ਹੋਈ ਹੈ, ਇਹਦੇ ਤੇ ਪ੍ਰੀ ਪਾਰਟੀਸ਼ਨ ਪੰਜਾਬ, ਜਿਵੇਂ ਪਹਿਲਾਂ ਪੰਜਾਬ ਇਕੱਠਾ ਹੁੰਦਾ ਸੀ ਪੂਰਾ, ਉਹ ਸਾਰਾ 5 ਦਰਿਆਵਾਂ ਵਾਲਾ ਬਣਿਆ ਹੋਇਆ। ਹੁਣ ਪ੍ਰੈਜ਼ੈਂਟ ਵਾਲਾ ਪੰਜਾਬ ਆ ਨਿੱਕਾ ਜਿਹਾ ਇੰਨਾ ਰਹਿ ਗਿਆ। ਤੇ ਉਸੇ ਤਰੀਕੇ ਨਾਲ ਜਦੋਂ ਉਦੋਂ ਲੈਂਗੁਏਜਿਸ ਅਰਬੀ ਫਾਰਸੀ ਜਿਹੜੀਆਂ ਇੱਥੇ ਵਰਤੀਆਂ ਜਾਂਦੀਆਂ ਸੀ, ਇਹਦੇ ਵੀ ਸਾਰੇ ਉਹ ਇਨਗਰੇਵ ਉਸ ਵੇਲੇ ਦੇ। ਰਸ਼ੀਅਨ ਆਰਮੀ ਦਾ ਇਹ ਟਰੱਕ ਹੈ, ਜ਼ਿਲ 131 ਇਹਦਾ ਨਾਮ ਹੈ। ਇਹ ਰਸ਼ੀਅਨ ਆਰਮੀ ਨੇ ਜਿਹੜਾ ਇਹਨੂੰ ਮਿਸਾਈਲ ਕੈਰੀਅਰ ਵਾਂਗੂ ਜਾਂ ਲੋਡ ਕੈਰੀਅਰ ਵਾਂਗੂ ਬਣਾਇਆ ਸੀ। ਉਹ ਜਿਹੜਾ ਪਿੱਛੇ ਡਕਟ ਬਣਿਆ ਹੋਇਆ ਉਸ ਦੇ ਵਿੱਚ ਉਹ ਮਿਸਾਈਲਾਂ ਜਿਹੜੀ ਹੈ ਉਹ ਕੈਰੀਅਰ ਸਟੋਰੇਜ, ਮਿਸਾਈਲ ਸਟੋਰੇਜ ਆ, ਉਹ ਵੀ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣ ਵਾਸਤੇ। ਇਹਦਾ ਜਿਹੜਾ ਆ ਇਹ ਬਣਿਆ ਸੀਗਾ ਠੰਡੇ ਮੁਲਕਾਂ ਵਾਸਤੇ ਵੀ ਸਾਈਬੇਰੀਅਨ ਕੰਟਰੀ ਵੀ, ਜਿੱਥੇ ਬਰਫ਼ ਜਿਹੜੀ ਹੈ ਵੀ ਜਿਹੜਾ ਪੂਰਾ ਇੱਥੇ ਤੱਕ ਬਰਫ਼ ਆ ਜਾਏ ਤਾਂ ਵੀ ਇਹ ਜਿਹੜਾ ਹੈ ਇਹਦੀ ਕਰੋਲਿੰਗ ਪਾਵਰ ਬਹੁਤ ਜ਼ਿਆਦਾ ਹੈ। ਮਤਲਬ ਇਹ ਰੁਕੂਗਾ ਨਹੀਂ, 6x6 ਹੈ, ਅਗਲੇ ਪਿਛਲੇ ਸਾਰੇ ਟਾਇਰ ਜਿਹੜੇ ਇਕੱਠੇ ਚੱਲਦੇ ਵੀ ਬਰਫ਼ ਦੇ ਵਿੱਚ ਦੀ ਇਹ ਲੰਘ ਜਾਂਦਾ ਹੈ। ਕਰਦੇ ਕਹਿੰਦੇ ਵੀ ਤੂੰ ਕਿਹੜੇ ਚੱਕਰਾਂ 'ਚ ਪਿਆ ਹਾਂ ਯਾਰ, ਤਾਂ ਆਰਾਮ ਨਾਲ ਤੈਨੂੰ ਵਧੀਆ ਜੋਬ ਜਿਹੜੀ ਲੱਗੀ ਹੋਈ ਹੈ ਉਹ ਕਰ, ਤੂੰ ਆਪਣਾ ਟੈਨਸ਼ਨ ਫਰੀ, ਜਿਵੇਂ ਸਾਰੇ ਜੀ ਰਹੇ ਨੇ ਐਵੇਂ ਜੀ ਵੀ ਤੂੰ ਹੱਥ ਕਾਲੇ ਕਰਦਾ ਕਿਉਂ ਹੱਥ ਕਾਲੇ ਕਰਦਾ ਫਿਰਦਾ ਤੇ ਕੱਪੜਿਆਂ ਦਾ ਨਾਸ ਮਾਰਤਾ ਤੂੰ ਸਾਰਿਆਂ ਦਾ, ਆਹ ਕਰਤਾ। ਪਰ ਜਿਹੜੀ ਵੀ ਮਤਲਬ ਵਿਊ ਹਰੇਕ ਬੰਦੇ ਦਾ ਅਲੱਗ ਹੁੰਦਾ। ਜਿਹੜਾ ਬੰਦੇ ਨੇ ਦੇਖ ਲਿਆ ਪਰਦੇ ਦੇ ਮਗਰ ਕੀ ਹੈ, ਉਹ ਦੂਜਿਆਂ ਨੂੰ ਪ੍ਰੈਜ਼ੈਂਟ ਕਰਨ ਵਾਸਤੇ ਉਹਨੂੰ ਪ੍ਰੂਵ ਕਰਨਾ ਪੈਂਦਾ। ਡਰਾਇੰਗ ਬਣਾਉਣੀ ਤਾਂ ਸੌਖੀ ਆ, ਉਸ ਡਰਾਇੰਗ ਨੂੰ ਪ੍ਰੈਕਟੀਕਲ ਲਾਈਫ ਦੇ ਵਿੱਚ ਲੈ ਕੇ ਆਉਣਾ ਜਿਹੜਾ ਮੁਸ਼ਕਿਲ ਹੁੰਦਾ। ਪਰ ਜੇ ਇੱਛਾ ਹੋਊਗੀ ਵੀ ਹਾਂ ਅਸੀਂ ਪਰਫੈਕਟ ਹੀ ਕਰਨਾ ਹੈ, ਤਾਂ ਮਤਲਬ ਉਹ ਤੁਹਾਡੇ ਸਾਹਮਣੇ ਉਹ ਵਰਕਿੰਗ ਰਹੂਗੀ। ਜੇ ਕਿਸੇ ਵੀ ਚੀਜ਼ 'ਚ ਇਹਦੇ 'ਚ ਗੁੰਜਾਇਸ਼ ਰੱਖਾਂਗੇ, ਫਿਰ ਉਹ ਜਿਹੜਾ ਆਮ ਮਕੈਨਿਕ ਕਹਿ ਦਿੰਦੇ ਵੀ ਚੱਲ ਕੇ ਠੀਕ ਹੋ ਜਾਊਗਾ, ਫਿਰ ਉਵੇਂ ਹੀ ਕਹਿਣਾ ਪੈਣਾ ਵੀ ਹਾਂ ਚੱਲ ਕੇ ਠੀਕ ਹੋ ਜਾਊਗਾ। ਵੀ ਮਤਲਬ ਮੇਰਾ ਐਵੇਂ ਸੀਗਾ, ਜਿਵੇਂ ਮੈਂ ਕਿਸੇ ਮਕੈਨਿਕ ਕੋਲੇ ਜਾਣਾ ਨਾ ਵੀ ਮੇਰਾ ਕਲੱਚ ਦੀ ਪਲੇਟਾਂ ਇਹਦੀ ਚੇਂਜ ਕਰ ਦਿਓ, ਤਾਂ ਮੈਂ ਉਹਨੂੰ ਕਹਿਣਾ ਵੀ 50 ਰੁਪਏ ਮੈਂ ਤੈਨੂੰ ਵੱਧ ਦਊਂਗਾ, ਪਰ ਮੈਂ ਦੇਖੂੰਗਾ ਖੜ ਕੇ ਵੀ ਕਿਵੇਂ ਹੁੰਦਾ ਹੈ। ਜਿਵੇਂ ਪੇਂਟਰ ਬੁਲਾਉਂਦੇ ਸੀਗੇ ਤਾਂ ਕਹਿੰਦੇ ਵੀ ਸਭ ਤੋਂ ਵਧੀਆ ਪੇਂਟਰ ਮੈਂ ਦੇਖਣਾ ਵੀ ਲੁਧਿਆਣੇ 'ਚ ਕਿਹੜੀ ਵਰਕਸ਼ਾਪ 'ਚ ਜਾਂ ਯੂਪੀ 'ਚ ਇੱਕ ਮੇਰੀ ਵਰਕਸ਼ਾਪ ਸੀਗੀ ਸਹਾਰਨਪੁਰ 'ਚ, ਉੱਥੋਂ ਜਿਹੜਾ ਸਭ ਤੋਂ ਟੌਪ ਦਾ ਕਾਰੀਗਰ ਹੋਣਾ ਉਹਨੂੰ ਬੁਲਾਉਂਦੇ ਸੀ ਵੀ ਉਹਨੂੰ ਦੇਖਦੇ ਸੀ। ਮਤਲਬ ਮੈਂ ਇੱਕ ਕੱਪੜੇ ਆਪਣੇ ਮੋਟਰਸਾਈਕਲ ਦੇ ਵਿੱਚ ਰੱਖਦਾ ਸੀ ਵੀ ਜਿਹੜਾ ਆ ਵੀ ਜਦੋਂ ਜੋਬ ਮੇਰੀ ਖਤਮ ਹੋਈ ਤੇ ਮੈਂ ਕੱਪੜੇ ਚੇਂਜ ਕਰਕੇ ਆਪਣੀ ਵਰਕਸ਼ਾਪ 'ਤੇ ਆ ਗਿਆ। ਬਾਈ ਚਾਂਸ ਕਈ ਵਾਰੀ ਕਿਉਂਕਿ ਪ੍ਰਾਈਵੇਟ ਜੋਬ ਇੱਦਾਂ ਦੀ ਹੁੰਦੀ ਹੈ, ਕੋਈ ਵਾਰੀ ਈਵਨਿੰਗ ਵੀ ਤੁਹਾਨੂੰ ਕਾਲ ਆ ਜਾਂਦੀ ਹੈ ਵੀ ਤੁਸੀਂ ਜਾਣਾ ਆ, ਉਦੋਂ ਫਿਰ ਹੱਥ ਪੈਰ ਧੋਣੇ, ਪੈਟਰੋਲ ਮਾਰਨਾ, ਉਹਨਾਂ 'ਤੇ ਸਰਫ ਮਾਰਨਾ, ਵੀ ਫਿਰ ਕੱਪੜੇ ਉਹੀ ਪਾਣੇ ਆਪਣੇ ਫਾਰਮਲ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਸਨਮਜੀਤ ਸਿੰਘ ਪੱਲਾ। ਅੱਜ ਅਸੀਂ ਲੁਧਿਆਣੇ ਦੀ ਇੱਕ ਅਜਿਹੀ ਜਗ੍ਹਾ ਤੇ ਪਹੁੰਚੇ ਹੋਏ ਹਾਂ, ਇੱਕ ਨੌਜਵਾਨ ਦੇ ਗੈਰੇਜ ਦੇ ਵਿੱਚ ਪਹੁੰਚੇ ਹਾਂ, ਜਿੱਥੇ ਪਿਛਲੇ 11 ਸਾਲਾਂ ਤੋਂ ਉਹ ਤਰ੍ਹਾਂ ਦੇ ਮੋਟਰਸਾਈਕਲ ਜਿਹੜੇ ਮਾਰਕੀਟ ਦੇ ਵਿੱਚ ਜਿਨ੍ਹਾਂ ਦੀਆਂ ਕੀਮਤਾਂ ਲੱਖਾਂ ਦੇ ਵਿੱਚ ਹੈ, ਤੇ ਉਹਨਾਂ ਦੇ ਗੈਰੇਜ ਦੇ ਵਿੱਚ ਉਹ ਮੋਟਰਸਾਈਕਲ ਖੁੱਲ੍ਹ ਚੁੱਕੇ ਨੇ। ਤਾਂ ਇਹ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਕੁ ਹੁਨਰ ਉਸ ਨੌਜਵਾਨ ਦੇ ਹੱਥਾਂ ਦੇ ਵਿੱਚ ਹੈ ਕਿ ਇੱਕ ਮੋਟਰਸਾਈਕਲ ਨੂੰ ਕਿਸ ਤਰ੍ਹਾਂ ਦਾ ਰੰਗ ਰੂਪ ਦੇ ਦਿੱਤਾ ਜਾਂਦਾ। ਇਹ ਹਜੇ ਇੱਕ ਮੋਟਰਸਾਈਕਲ ਹੈ, ਕਈ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇਹਨਾਂ ਦੇ ਗਰਾਜ ਦੇ ਵਿੱਚ ਮੋਟਰਸਾਈਕਲ ਖੜੇ ਨੇ, ਤੇ ਕੋਈ ਵੀ ਅਜਿਹਾ ਮਹਿੰਗਾ ਮੋਟਰਸਾਈਕਲ ਨਹੀਂ ਹੈਗਾ ਜਿਹੜਾ ਇਹਨਾਂ ਨੇ ਆਪਣੇ ਹੱਥਾਂ ਦੇ ਨਾਲ ਨਾ ਖੋਲ੍ਹਿਆ ਹੋਵੇ। ਦਿਲਚਸਪ ਗੱਲ ਇਹ ਹੈ ਕਿ ਇਹ ਨੌਜਵਾਨ ਪਹਿਲਾਂ ਫਾਰਮੇਸੀ ਦੀ ਪੜ੍ਹਾਈ ਕੀਤੀ, ਉਸ ਤੋਂ ਬਾਅਦ ਫਾਰਮੇਸੀ ਦੀ ਲਾਈਨ ਦੇ ਵਿੱਚ ਨੌਕਰੀ ਵੀ ਕੀਤੀ, ਉਸ ਤੋਂ ਬਾਅਦ ਇਸ ਮੋਟਰਸਾਈਕਲ ਆਟੋਮੋਬਾਈਲ ਲਾਈਨ ਦੇ ਵਿੱਚ ਆ ਗਿਆ, ਜਿਹਦਾ ਕੋਈ ਐਕਸਪੀਰੀਅੰਸ ਵੀ ਨਹੀਂ ਸੀ ਤੇ ਨਾ ਹੀ ਪਰਿਵਾਰ ਦੇ ਵਿੱਚ ਕੋਈ ਅਜਿਹਾ ਵਿਅਕਤੀ ਸੀ ਜੋ ਇਸ ਲਾਈਨ ਦੇ ਨਾਲ ਜੁੜਿਆ ਹੋਵੇ। ਤਾਂ ਸਾਡੇ ਨਾਲ ਉਹ ਨੌਜਵਾਨ ਅਨੁਜ ਸੈਣੀ ਮੌਜੂਦ ਨੇ। ਕੀ ਹਾਲ ਹੈ ਬਾਈ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਵਧੀਆ। ਜਿਸ ਤਰ੍ਹਾਂ ਤੁਸੀਂ ਮੈਨੂੰ ਦੱਸਿਆ ਕਿ ਫਾਰਮੇਸੀ ਤੁਸੀਂ ਕਰਦੇ ਸੀਗੇ, ਫਾਰਮੇਸੀ ਵਾਲੀ ਲਾਈਨ ਚੋਂ ਤੁਸੀਂ ਆਟੋਮੋਬਾਈਲ 'ਚ ਕਿਸ ਤਰ੍ਹਾਂ ਆ ਗਏ? ਫਾਰਮੇਸੀ ਤਾਂ ਜਿਵੇਂ ਮੇਰਾ ਪਲੇਟਫਾਰਮ ਜਿਹੜਾ ਸਟੱਡੀ ਵਾਲਾ ਸੀਗਾ ਵੀ ਹਾਂ, ਇੱਕ ਸੁਪਰਫੀਸ਼ੀਅਲ ਮੈਨੂੰ ਕਹਿ ਲਓ ਵੀ ਮੈਨੂੰ ਉਹਦੇ 'ਚ ਇੰਟਰਸਟ ਇੰਨਾ ਜ਼ਿਆਦਾ ਨਹੀਂ ਸੀਗਾ, ਪਰ ਜਿਵੇਂ ਲਾਈ ਲੱਗ ਕਹਿ ਲਓ ਵੀ ਨਾਲਦਿਆਂ ਨੇ ਡੀ ਫਾਰਮੇਸੀ 'ਚ ਐਡਮਿਸ਼ਨ ਲੈ ਲਈ, ਘਰ ਦੇ ਵੀ ਫਾਰਮੇਸੀ ਜਿਹੜਾ ਆ ਵੀ ਉਹ ਫੋਰਸ ਕਰ ਰਹੇ ਸੀ ਵੀ ਹਾਂ ਲੈ ਲਓ, ਤਾਂ ਉਹ ਕਰਦੇ ਸੀ। ਤਾਂ ਆਟੋਮੋਬਾਈਲ ਨਾਲ ਤਾਲਮੇਲ ਬਣਦਾ ਜਾਂ ਵੀ ਨਹੀਂ ਹੈਗਾ, ਕਿਉਂਕਿ ਫਾਰਮੇਸੀ ਤੋਂ ਤੁਸੀਂ ਮੈਡੀਕਲ ਲਾਈਨ 'ਚ ਗਏ ਹੁੰਦੇ ਕਿਸੇ, ਫਿਰ ਬਣਦਾ ਵੀ ਸੀਗਾ। ਫਾਰਮੇਸੀ ਵੀ ਜਿਹੜੀ ਕੀਤੀ ਵੀ ਡੀ ਫਾਰਮੇਸੀ ਬੀ ਫਾਰਮੀ ਦੋਨੋਂ ਮੈਂ ਕੀਤੀ, ਉੱਥੇ ਵੀ ਮੈਂ ਡਿਸਟਿੰਕਸ਼ਨ ਦੇ ਨਾਲ ਦੋਨੋਂ ਕਲੀਅਰ ਕੀਤੀਆਂ ਨੇ। ਤੇ ਪਰ ਜਿਹੜਾ ਸ਼ੌਂਕ ਜਿਹੜਾ ਸੀਗਾ ਵੀ ਬਾਈਕਸ ਵਾਸਤੇ ਜਾਂ ਆਟੋਮੋਟਿਵ ਲਾਈਨ ਵਾਸਤੇ, ਇਹਨਾਂ ਵਾਸਤੇ ਸੀਗਾ, ਸ਼ੁਰੂ ਤੋਂ ਹੀ ਸੀਗਾ। ਤਾਂ ਪਹਿਲਾਂ ਤਾਂ ਆਪਣਾ ਹੀ ਵਹੀਕਲ ਇੱਕ ਬਣਾਇਆ ਸੀਗਾ, ਫਿਰ ਉਦੋਂ ਬਾਅਦ ਹੌਲੀ ਕਰਕੇ ਜਿਹੜਾ ਲੋਕਾਂ ਦਾ ਵੀ ਵਧਿਆ ਰੁਝਾਨ ਇਹਦੇ ਵੱਲ ਵੀ ਸਾਡਾ ਵੀ ਬਣਾਓ। ਵੀ ਕਿੰਨੇ ਕੁ ਸਾਲਾਂ ਤੋਂ ਇਹ ਕੰਮ ਕਰ ਰਹੇ ਹੋ? ਅਪਰੋਕਸ
11 ਇਅਰਸ ਮੈਨੂੰ ਹੋ ਗਏ, 10 ਤੋਂ 11 ਸਾਲ ਜਿਹੜੇ ਹੋ ਗਏ। 2011 ਦੇ ਵਿੱਚ ਮੰਨ ਲਓ ਵੀ ਸ਼ੁਰੂ ਕੀਤਾ ਸੀ, 12 ਚ ਪਹਿਲਾਂ ਮੋਟਰਸਾਈਕਲ ਜਿਹੜਾ ਮੇਰਾ ਆਊਟ ਹੋ ਗਿਆ ਸੀ, ਜਿਹੜਾ ਉਹ ਕੀਤਾ ਸੀਗਾ। ਜਿਸ ਤਰ੍ਹਾਂ ਇੱਥੇ ਤੁਹਾਡੇ ਮੈਂ ਗੈਰੇਜ ਦੇ ਵਿੱਚ ਬਹੁਤ ਸਾਰੇ ਮੋਟਰਸਾਈਕਲ ਦੇਖੇ ਨੇ, ਸਭ ਤੋਂ ਪਹਿਲਾਂ ਇਹਦੀ ਗੱਲ ਕਰਦੇ ਆ, ਇਹ ਮੋਟਰਸਾਈਕਲ ਹੈ ਕਿਹੜਾ? ਕਿਉਂਕਿ ਆਮ ਤੌਰ ਤੇ ਇਦਾਂ ਦਾ ਕੋਈ ਮੋਟਰਸਾਈਕਲ ਕੰਪਨੀਆਂ ਦੇ ਵਿੱਚ ਦਿਖਦਾ ਨਹੀਂਗਾ, ਪਰ ਤੁਹਾਡੇ ਗੈਰਾਜ ਦੇ ਵਿੱਚ ਦਿਖ ਰਿਹਾ। ਇਹ ਹਾਰਲੇ ਡੇਵਿਡਸਨ ਜਿਹੜਾ ਹੈ 1600 ਸੀਸੀ ਇੱਕ ਮੋਟਰਸਾਈਕਲ ਹੈ, ਤੇ ਇਹਨੂੰ ਜਿਹੜਾ ਹੈ ਕਸਟਮਰ ਦੀ ਰਿਕੁਆਇਰਮੈਂਟ ਦੇ ਅਕੋਰਡਿੰਗ ਇਹਨੂੰ ਟਰਾਈਕ ਦੇ ਵਿੱਚ ਕਨਵਰਟ ਕੀਤਾ ਗਿਆ, ਵੀ 2 ਟਾਇਰ ਇਹਦੇ ਵਿੱਚ ਲਗਾ ਕੇ, ਰਿਵਰਸ ਗੇਅਰ, 에ਅਰ ਸਸਪੈਂਸ਼ਨ, ਇਦਾਂ ਦੀਆਂ ਚੀਜ਼ਾਂ ਇਹ ਚਲਾ ਕੇ। ਹਾਰਲੇ ਡੇਵਿਡਸਨ ਬਹੁਤ ਮਹਿੰਗਾ ਮੋਟਰਸਾਈਕਲ ਕਿਹਾ ਜਾਂਦਾ, ਇਹ ਕਿੰਨੇ ਵਾਲਾ ਮਾਡਲ? ਜਿਹੜਾ ਇਹ ਵੀ 13-14 ਲੱਖ ਰੁਪਏ ਵਾਲਾ ਮਾਡਲ ਹੈ, ਜਿਹੜਾ 16 ਸੀਸੀ ਬਿਗ ਟਵਿਨ ਇੰਜਨ ਸੀਰੀਜ਼ ਇਹਨਾਂ ਨੂੰ ਕਹਿੰਦੇ, 16 ਸੀਸੀ ਵੱਡੇ ਇੰਜਨ ਨੇ ਇਹ ਵੀ। ਤੇ ਮਤਲਬ ਤੁਹਾਨੂੰ ਡਰ ਨਹੀਂ ਲੱਗਦਾ ਕਿ ਏਡੇ ਏਡੇ ਮਹਿੰਗੇ ਮੋਟਰਸਾਈਕਲ ਮੈਂ ਆਪਣੇ ਇੱਥੇ ਖੋਲਦਾ? ਐਕਚੁਅਲੀ ਜਿਵੇਂ ਹੁਣ ਤਾਂ ਇਹ ਸਾਰੀ ਚੀਜ਼ਾਂ ਦੀ ਇੰਜੀਨੀਅਰਿੰਗ ਮੈਨੂੰ ਸਮਝ ਆ ਗਈ ਨਾ, ਵੀ ਕਿਵੇਂ ਕਿਵੇਂ ਕਰਕੇ ਹੈ, ਵੀ ਸ਼ੁਰੂਆਤੀ ਤੌਰ ਤੇ ਤਾਂ ਆਪਣੇ ਤੇ ਐਕਸਪੈਰੀਮੈਂਟ ਕਰਨਾ ਪੈਂਦਾ, ਵੀ ਜਿੰਨਾ ਕੁ ਬੰਦੇ ਨੂੰ ਪਤਾ ਹੋਵੇ ਉਹਨਾਂ ਕੀ ਕੰਮ ਕਰਨਾ ਚਾਹੀਦਾ, ਪੜ੍ਹ ਕੇ ਸਮਝ ਕੇ ਸਿੱਖ ਕੇ ਫਿਰ ਜੋ ਮਰਜ਼ੀ ਕਰੀ ਜਾਓ। ਇਹ ਕਿਸ ਤਰ੍ਹਾਂ ਮੋਡੀਫਾਈ ਤੁਸੀਂ ਕਿਸ ਤਰ੍ਹਾਂ ਕੀਤਾ? ਜਿਸ ਤਰ੍ਹਾਂ 2 ਟਾਇਰ ਇਹਦੇ ਤੁਸੀਂ ਇੱਥੇ ਲਗਾਏ, ਔਰ ਟਾਇਰ ਵੀ ਕਾਫੀ ਚੌੜਾ ਟਾਇਰ ਲਗਾਇਆ ਹੋਇਆ, ਜਿਸ ਤਰ੍ਹਾਂ ਗੱਡੀ ਦਾ ਟਾਇਰ ਹੁੰਦਾ। ਜਿਹੜੇ ਟਰਾਈਕ ਜਿਹੜੇ ਵਹੀਕਲ ਹੁੰਦੇ ਨੇ, ਇਹਨਾਂ ਦੇ ਵਿੱਚ ਇੱਕ ਜਿਹੜੀ ਇੰਜੀਨੀਅਰਿੰਗ ਦੀ ਧਿਆਨ ਰੱਖਣੀ ਹੁੰਦੀ ਹੈ ਚੀਜ਼, ਜਿਵੇਂ ਆਪਾਂ ਇਹਨੂੰ ਟਰਨ ਕਰਦੇ ਹਾਂ ਤਾਂ ਜਿਵੇਂ ਲੈਫਟ ਸਾਈਡ ਨੂੰ ਟਰਨ ਕਰਨੇ ਤਾਂ ਰਾਈਟ ਵੀਲ ਜਿਹੜਾ ਹੈ ਤੇਜ਼ ਘੁੰਮੂਗਾ, ਤਾਂ ਹੀ ਟਰਨ ਉਹ ਬਣੂਗਾ। ਤੇ ਇਹਦੇ ਵਿੱਚ ਉਹ ਜਿਹੜਾ ਗੱਡੀਆਂ ਦੇ ਵਿੱਚ ਤਾਂ ਡਿਫਰੈਂਸ਼ੀਅਲ ਪਿੱਛੇ ਲੱਗਿਆ ਹੁੰਦਾ, ਵੀ ਡਿਫਰੈਂਸ਼ੀਅਲ ਉਹ ਜਿਹੜੀ ਜੌਬ ਕਰਦਾ ਹੈ। ਇਹਦੇ ਵਿੱਚ ਮੈਂ ਵੀ ਡਿਫਰੈਂਸ਼ੀਅਲ ਇੱਕ ਅਪਲਾਈ ਕੀਤਾ ਹੋਇਆ, ਚੇਨ ਡਰਾਈਵ ਇਹਨੂੰ ਕੀਤਾ ਹੈ, ਸ਼ਾਫਟ ਡਰਾਈਵ ਹੁੰਦੇ ਨੋਰਮਲੀ ਡਿਫਰੈਂਸ਼ੀਅਲ, ਇਹਨੂੰ ਚੇਨ ਡਰਾਈਵ ਕੀਤਾ ਹੋਇਆ। ਤੇ ਬਾਕੀ ਇਹਦੀ ਯੂਨੀ ਬੋਡੀ ਜਿਹੜੀ ਹੈ ਸਿੰਗਲ ਚੈਸੀ ਹੈ ਪੂਰੀ ਦੀ ਪੂਰੀ, ਤੇ ਜਿਹੜਾ ਇਹਦੀ ਬੋਡੀ ਪਾਰਟ ਹੈ ਮਤਲਬ ਫਿਊਲ ਟੈਂਕ ਟੇਲ ਜਿਹੜਾ ਇੱਕ ਹੀ ਪੀਸ ਹੈ ਪੂਰਾ ਦਾ ਪੂਰਾ, ਮਤਲਬ ਪਾਰਟਸ ਨਹੀਂ ਹੈਗੇ ਵੀ ਅਲੱਗ-ਅਲੱਗ ਵਾਈਬ੍ਰੇਸ਼ਨ ਤੋਂ ਬਚਾਉਣ ਵਾਸਤੇ ਯੂਨੀ ਬੋਡੀ ਇਹਨੂੰ ਰੱਖਿਆ ਹੋਇਆ ਹੈ। ਤੇ ਇਹ ਤਿਆਰ ਕਰਨ ਦੇ ਵਿੱਚ ਕਿੰਨਾ ਕੁ ਸਮਾਂ ਲੱਗਿਆ ਇਸ ਮੋਟਰਸਾਈਕਲ? ਇਹਨੂੰ ਤਿਆਰ ਕਰਨ ਤੋਂ ਸਰ 1 ਸਾਲ ਦੇ ਤਕਰੀਬਨ ਇਹਨੂੰ ਟਾਈਮ ਚਲੇ ਗਿਆ। ਹੁਣ ਜਿਹੜਾ ਆ ਵੀ ਡਿਲੀਵਰੀ ਤੇ ਹੀ ਹੈ ਫਾਈਨਲ, ਇਹਦੀ ਬਸ ਵਾਇਰਿੰਗ ਚੈੱਕ ਹੋ ਰਹੀ ਹੈ, ਤੇ 2-4 ਦਿਨ 'ਚ ਜਿਹੜਾ ਆ ਵੀ ਜਾਣਾ ਕਿੱਥੇ ਹੈ? ਇਹ ਮੁੰਬਈ ਜਾਣਾ ਹੈ ਜੀ। ਠੀਕ ਹੈ। ਕਿੱਥੋਂ ਕਿੱਥੋਂ ਆਰਡਰ ਆਉਂਦੇ ਨੇ ਤੁਹਾਨੂੰ? ਲੋਕਲ ਨੂੰ ਛੱਡ ਕੇ ਸਾਰੇ ਥਾਂ ਤੋਂ ਹੀ ਆਉਂਦੇ ਨੇ। ਜਿਸ ਤਰ੍ਹਾਂ ਉਹ ਵੀ ਇੱਕ ਤੁਹਾਡੇ ਮੋਟਰਸਾਈਕਲ ਖੜਿਆ ਹੋਇਆ, ਉਹ ਕਿਹੜਾ ਮੋਟਰਸਾਈਕਲ ਹੈ? ਇਹ ਰਾਇਲ ਇਨਫੀਲਡ ਹੈ 350। ਇਹਨੂੰ ਆਪਾਂ ਕਹਿ ਸਕਦੇ ਹਾਂ ਵੀ ਇੱਕ ਲੋਕਲ ਜਿਹੜਾ ਆ, ਮੈਂ ਇਹ ਵੀਰ ਮੇਰੇ ਕੋਲ ਆਇਆ ਸੀਗਾ, ਉਹ ਵੀ NRI ਕੈਨੇਡਾ ਤੋਂ ਇੱਥੇ ਜਿਹੜੇ ਨੇ ਸਟੱਡੀ ਕਰਨ ਆਏ ਸੀਗੇ PAU ਗੜਵਾਸੂ ਯੂਨੀਵਰਸਿਟੀ ਦੇ ਵਿੱਚ, ਤੇ ਉਹਨਾਂ ਨੇ ਵੈਟਨਰੀ ਦੀ ਡਿਗਰੀ ਕੀਤੀ। ਉਹਦੇ ਦੌਰਾਨ ਉਹਨਾਂ ਨੇ ਆਨਲਾਈਨ ਦੇਖਿਆ ਹੋਣਾ ਕਿਤੇ ਵੀ ਇਸ ਤਰ੍ਹਾਂ ਦੇ ਇੱਥੇ ਵਹੀਕਲ ਬਣਦੇ ਨੇ, ਤਾਂ ਉਹਨਾਂ ਨੇ ਕਿਹਾ ਵੀ ਤੇ ਬਹੁਤ ਆਰਟ ਵਰਕ ਦੇਖਣ ਨੂੰ ਮਿਲ ਰਿਹਾ, ਵੀ ਤੁਸੀਂ ਆਪ ਹੀ ਕੀਤਾ? ਜੀ ਇਹ ਉਹਨਾਂ ਦੀ ਜਿਵੇਂ ਰਿਕੁਆਇਰਮੈਂਟ ਸੀਗੀ ਵੀ ਪੰਜਾਬ ਦੀ ਹਿਸਟਰੀ ਦੇ ਰਿਗਾਰਡਿੰਗ ਮੈਨੂੰ ਇੱਕ ਬਾਈਕ ਜਿਹੜਾ ਆ ਬੰਦਾ ਬਹਾਦਰ ਜੀ ਦੀ ਇੱਥੇ ਆਰਟ ਬਣੀ ਹੋਈ ਹੈ। ਥੱਲੇ ਇਨਗਰੇਵਿੰਗ ਵਰਕ ਜਿਹੜਾ ਆ ਵੀ ਉਹ ਫੋਰਟ ਦੇ, ਦਿੱਲੀ ਫੋਰਟ ਤੇ ਜਦੋਂ ਕੇਸਰੀ ਫਲੈਗ ਝੂਲਦਾ ਸੀਗਾ ਉਦੋਂ ਟਾਈਮ ਉਹ ਬਣਾਇਆ ਹੋਇਆ ਉਹਦੇ ਤੇ। ਤੇ ਇਹ ਮੋਟਰਸਾਈਕਲ ਰਾਇਲ ਐਨਫੀਲਡ ਤੋਂ, ਮਤਲਬ ਇਹ ਦਿਖਦਾ ਨਹੀਂਗਾ ਵੀ, ਲੱਗਦਾ ਨਹੀਂਗਾ ਵੀ ਇਹ ਰਾਇਲ ਐਨਫੀਲਡ ਹੀ ਆ। ਬੇਸਿਕਲੀ ਸਿਰਫ ਇਹਦਾ ਇੰਜਨ ਹੀ ਰਾਇਲ ਇਨਫੀਲਡ ਦਾ ਯੂਜ਼ ਕੀਤਾ ਹੋਇਆ 350 ਦਾ, ਬਾਕੀ ਸਾਰਾ ਕੁਝ ਜਿਹੜਾ ਇਹਦਾ ਅਲੱਗ ਹੈ। ਤੇ ਇੱਧਰ ਵੀ ਜਿਵੇਂ ਇਨਗਰੇਵਿੰਗ ਹੋਈ ਹੈ ਇਹਦੇ ਤੇ ਪ੍ਰੀ ਪਾਰਟੀਸ਼ਨ ਪੰਜਾਬ, ਜਿਵੇਂ ਪਹਿਲਾਂ ਪੰਜਾਬ ਇਕੱਠਾ ਹੁੰਦਾ ਸੀ ਪੂਰਾ, ਉਹ ਸਾਰਾ 5 ਦਰਿਆਵਾਂ ਵਾਲਾ ਬਣਿਆ ਹੋਇਆ। ਹੁਣ ਪ੍ਰੈਜ਼ੈਂਟ ਵਾਲਾ ਪੰਜਾਬ ਆ ਨਿੱਕਾ ਜਿਹਾ ਇੰਨਾ ਰਹਿ ਗਿਆ। ਤੇ ਉਸੇ ਤਰੀਕੇ ਨਾਲ ਜਦੋਂ ਉਦੋਂ ਲੈਂਗੁਏਜਸ ਅਰਬੀ ਫਾਰਸੀ ਜਿਹੜੀਆਂ ਇੱਥੇ ਵਰਤੀਆਂ ਜਾਂਦੀਆਂ ਸੀ, ਇਹਦੇ ਵਿੱਚ ਸਾਰੇ ਉਹ ਇਨਗਰੇਵ ਉਸ ਵੇਲੇ ਦੇ ਤਰੀਕੀ ਵਾਲਾ ਕੰਮ ਹੁੰਦਾ ਬਹੁਤ। ਇਹ ਫਿਰ ਕਿਸ ਤਰ੍ਹਾਂ ਫਿਰ ਤੁਸੀਂ ਕਰਦੇ ਹੋ? ਇਹ ਜਿੰਨਾ ਕਸਟਮਰ ਇੰਟਰਸਟ ਸ਼ੋ ਕਰਦਾ ਹੈ ਉਹਨਾਂ ਜ਼ਿਆਦਾ ਮਜ਼ਾ ਆਉਂਦਾ ਕੰਮ ਕਰਨ ਨੂੰ, ਵੀ ਹਾਂ ਜਿਹਨੂੰ ਆਪ ਨੂੰ ਸਮਝ ਹੁੰਦੀ ਹੈ ਕਸਟਮਰ ਨੂੰ ਵੀ ਹਾਂ ਮੈਨੂੰ ਇਹੀ ਚੀਜ਼ ਚਾਹੀਦੀ ਹੈ, ਇਦਾਂ ਹੋਣਾ ਚਾਹੀਦਾ, ਉਦਾਂ ਹੋਣਾ ਚਾਹੀਦਾ, ਤਾਂ ਉਹ ਪ੍ਰੋਜੈਕਟ ਤੇ ਵਾਕਈ ਦਿਲ ਕਰਦਾ ਫਿਰ ਹਾਂ ਵੀ। ਰਾਜਸਥਾਨ ਨੰਬਰ ਦਾ ਮੋਟਰਸਾਈਕਲ ਇੱਥੇ ਹਾਰਲੇ ਆ ਵੀ ਸਟਾਕ, ਇਹ ਹਾਰਲੇ ਨੂੰ ਇਹਨੂੰ ਕਸਟਮਾਈਜ਼ ਥੋੜਾ ਜਿਹਾ ਹਜੇ ਕਰਨਾ। 300M 360M ਟਾਇਰ ਇਹਦੇ 'ਚ ਪੈਣੇ ਨੇ। ਆਲਮੋਸਟ ਹਾਰਲੇ ਡੇਵਿਡਸਨ ਦਾ ਹੀ ਰੇਂਜ ਪੂਰਾ ਇਸ ਵੇਲੇ ਚੱਲ ਰਿਹਾ ਆਪਣੇ ਕੋਲ ਜਿਹੜਾ ਕੰਮ ਹੋ ਰਿਹਾ। ਤੁਸੀਂ ਆਪਣਾ ਕਿੰਨੇ ਕੁ ਮਹਿੰਗੇ ਮੋਟਰਸਾਈਕਲ ਇੱਥੇ ਤੁਸੀਂ ਹੁਣ ਤੱਕ ਖੋਲ ਚੁੱਕੇ ਹੋ? ਮਤਲਬ ਜਿੰਨੇ ਇੱਕ ਆਪਣੇ ਮੰਨ ਲਓ ਵੀ ਹਾਰਲੇ ਡੇਵਿਡਸਨ ਦਾ ਜਾਂ ਕੋਈ ਵੀ ਦੂਜੇ ਬ੍ਰਾਂਡ ਦਾ ਜਿਹੜਾ ਵੀ ਆਇਆ ਹੋਊਗਾ, ਆਲਮੋਸਟ ਸਾਰਿਆਂ ਤੇ ਹੀ ਆਪਣੇ ਕੰਮ ਹੋ ਚੁੱਕਿਆ ਹੈ। ਜਿਵੇਂ ਸਭ ਤੋਂ ਵੱਡੇ ਫੈਟ ਤੋਂ ਮਹਿੰਗਾ ਹੁਣ ਤੱਕ ਕਿੰਨਾ ਕੁ ਲੱਖ ਵਾਲਾ ਮੋਟਰਸਾਈਕਲ ਖੋਲਿਆ? ਅਪਰੋਕਸ ਮੰਨ ਲਓ ਵੀ ਜਿਵੇਂ CVO ਸੀਰੀਜ਼ ਹੁੰਦੀ ਹੈ ਹਾਰਲੇ ਡੇਵਿਡਸਨ ਦੀ 35 ਲੱਖ ਰੁਪਏ ਵਾਲੀ ਹੁੰਦੀ ਹੈ, ਉਹਨੂੰ ਵੀ ਅਸੀਂ ਕਰ ਚੁੱਕੇ ਹਾਂ। ਤੇ ਜਿਵੇਂ ਸੁਜ਼ੂਕੀ ਵਗੈਰਾ ਦੇ ਹੋ ਗਏ, ਬੂਸਾ ਵਗੈਰਾ ਸੀਰੀਜ਼ ਹੋ ਗਏ, ਉਹਨਾਂ ਦੇ ਮੈਂ ਫੈਟ ਟਾਇਰ ਵਗੈਰਾ ਕਿਟ ਜਿਹੜੇ ਕਰ ਚੁੱਕੇ ਹਾਂ। ਇਕੱਲੇ ਮੋਟਰਸਾਈਕਲ ਹੀ ਕਰਦੇ ਹੋ ਕਿ ਇੱਕ ਮੈਂ ਬਹੁਤ ਪੁਰਾਣਾ ਇੱਥੇ ਟਰੱਕ ਤੁਹਾਡੇ ਖੜਾ ਦੇਖ ਰਿਹਾ, ਉਧਰ ਵੀ ਆਪਾਂ ਨਜ਼ਰ ਨਹੀਂ, ਐਕਸਟ੍ਰੀਮ ਮਸ਼ੀਨ ਕੋਈ ਵੀ ਹੋਊਗੀ, ਕੋਈ ਵੀ ਆਟੋਮੋਟਿਵ ਕੋਈ ਫਰਨੀਚਰ ਸਟਾਈਲ ਦਾ ਹੋ ਗਿਆ ਜਾਂ 4 ਵੀਲਰ ਜਿਹੜੇ ਆਮ ਨਹੀਂ ਮਤਲਬ ਇੱਥੇ ਹੁੰਦੇ, ਜਿਹੜਾ ਕੋਈ ਜੇ ਵੱਖਰਾ ਹੋਊਗਾ ਕਸਟਮਰ ਦਾ ਇੰਟਰਸਟ ਉਸੇ ਲੈਵਲ ਦਾ ਹੋਊਗਾ ਜਿੰਨਾ ਮੈਂ ਸ਼ੌਂਕ ਰੱਖਦਾ। ਤੁਸੀਂ ਮੈਨੂੰ ਲੱਗਦਾ ਸਕ੍ਰੈਪ ਚੋਂ ਮਤਲਬ ਚੀਜ਼ਾਂ ਲਿੱਤੀਆਂ ਹੋਈਆਂ। ਇਹ ਜਿਹੜੇ ਨੇ ਇਹ ਮਤਲਬ ਇਦਾਂ ਖੜੇ ਇਦਾਂ ਹੋ ਗਏ ਕਿਉਂਕਿ ਇਹ ਜੋਂਗਾ ਨਾ ਮੇਰਾ ਆਪ ਦਾ ਹੀ ਹੈ, ਤਾਂ ਆਪਣੇ ਵਹੀਕਲ ਨੂੰ ਟਾਈਮ ਨਹੀਂ ਲੱਗਦਾ ਹੁੰਦਾ, ਤਾਂ ਕਰਕੇ ਉਹ ਇਦਾਂ ਖੜਾ ਆ। ਵੈਸੇ ਇਹ ਸਾਰਾ ਵਰਕਿੰਗ ਕੰਡੀਸ਼ਨ 'ਚ, ਸਿਰਫ ਇਹ ਜਿਹੜਾ ਅਸੈਂਬਲ ਹੋ ਕੇ ਪੇਂਟ ਜੋਬ ਹੋਣ ਵਾਲਾ ਆ। ਇਹ ਵੀ ਆਰਮੀ ਤੋਂ ਮੈਂ ਜੋਂਗਾ ਲਿਆ ਸੀ, ਇੱਕ ਮੇਰਾ ਆਪਣਾ ਹੀ ਹੈ। ਤੇ ਉਹ ਜਿਹੜੀ ਗੋਲਫ ਵਾਲਿਆਂ ਦੇ ਉਹ ਗੱਡੀ ਚੱਲਦੀ ਹੁੰਦੀ ਆ, ਉਹ ਵੀ ਤੁਸੀਂ ਜਿਵੇਂ ਥੋੜੇ ਜਿਹੇ ਰਫ ਪ੍ਰੋਜੈਕਟਸ ਜੇ ਹੁੰਦੇ ਨੇ ਮਤਲਬ ਆਫ ਬੀਟ ਵਾਲੇ, ਇਦਾਂ ਦੇ ਅਸੀਂ ਸਾਰੇ ਇਨ ਕਰ ਲੈਂਦੇ ਆ ਵੀ ਇਹਨਾਂ ਨੂੰ ਕਸਟਮਾਈਜ਼ ਕਰਕੇ ਜਿਹੜੇ
ਆਪਾਂ ਭੇਜਦੇ ਹਾਂ। ਉਹਦੇ ਟਰੱਕ ਬਾਰੇ ਜ਼ਰੂਰ ਦੱਸੋ ਕਿਉਂਕਿ ਇਹ ਖੱਬੇ ਪਾਸੇ ਇਹਦਾ ਸਟੀਅਰਿੰਗ ਹੈ ਆਮ ਤਾਂ ਲੈਫਟ ਹੈਂਡ ਡਰਾਈਵ ਤੋਂ ਹੀ ਆਈਡੀਆ ਹੋ ਜਾਂਦਾ ਵੀ ਇਹ ਇੰਡੀਆ ਦਾ ਤਾਂ ਹੈ ਨਹੀਂਗਾ, ਬਾਹਰੋਂ ਜਿਹੜਾ ਆਇਆ ਹੋਇਆ। ਤੇ ਇਹਦੀ ਲੱਗਦਾ ਵੀ ਮਤਲਬ ਆਮ ਟਰੱਕ ਨਹੀਂ ਪਿਆ ਸਟੋਰੇਜ ਵਾਲਾ ਕਿਸੇ ਮਤਲਬ ਫੌਜ ਦਾ ਕੋਈ ਟਰੱਕ ਫੌਜ ਦਾ ਹੀ ਬਿਲਕੁਲ ਠੀਕ ਹੈ। ਇਹ ਜਿਹੜਾ ਹੈ ਰਸ਼ੀਅਨ ਆਰਮੀ ਦਾ ਇਹ ਟਰੱਕ ਹੈ, ਜ਼ਿਲ 131 ਇਹਦਾ ਨਾਮ ਹੈ। ਇਹ ਅਮਰੀਕਨ ਰਸ਼ੀਅਨ ਆਰਮੀ ਨੇ ਜਿਹੜਾ ਇਹਨੂੰ ਮਿਸਾਈਲ ਕੈਰੀਅਰ ਵਾਂਗੂ ਜਾਂ ਲੋਡ ਕੈਰੀਅਰ ਵਾਂਗੂ ਇਹਨੂੰ ਬਣਾਇਆ ਸੀ। ਮਤਲਬ ਉਹ ਜਿਹੜਾ ਪਿੱਛੇ ਡਕਟ ਬਣਿਆ ਹੋਇਆ ਉਸ ਦੇ ਵਿੱਚ ਉਹ ਮਿਸਾਈਲਾਂ ਜਿਹੜੀ ਹੈ ਉਹ ਕੈਰੀਅਰ ਸਟੋਰੇਜ ਮਿਸਾਈਲ ਸਟੋਰੇਜ ਹੈ, ਉਹ ਵੀ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣ ਵਾਸਤੇ। ਇਸ ਟਾਈਮ ਇਹ ਵਰਕਿੰਗ ਕੰਡੀਸ਼ਨ ਦੇ ਵਿੱਚ ਹੈਗਾ ਕਿਉਂਕਿ ਬਿਲਕੁਲ ਸਟਾਰਟ ਹੈ। ਮੈਂ ਤੁਹਾਨੂੰ ਇਹਨੂੰ ਸਟਾਰਟ ਕਰਕੇ ਦਿਖਾਣਾ। ਤਾਂ ਇਹ ਖੱਬੇ ਪਾਸੇ ਸਟੀਅਰਿੰਗ ਤੁਸੀਂ ਦੇਖ ਸਕਦੇ ਹੋ, ਇਹ ਟਰੱਕ ਦਾ ਰਸ਼ੀਅਨ ਆਰਮੀ ਦਾ ਟਰੱਕ ਹੈ, ਮਿਸਾਈਲਾਂ ਇਸ ਦੇ ਵਿੱਚ ਰਸ਼ੀਅਨ ਆਰਮੀ ਦੇ ਤਾਂ ਸਟਾਰਟ ਵੀ ਦੇਖੋ ਪਹਿਲੀ ਸੈਲਫ ਤੇ ਇਹ ਜਿਹੜਾ ਸਟਾਰਟ ਹੋ ਜਾਂਦਾ। ਬਾਈ ਆਮ ਤੌਰ ਤੇ ਇਸ ਟਰੱਕ ਦੀ ਖਾਸੀਅਤ ਕੀ ਸੀਗੀ? ਇਸ ਟਰੱਕ ਦੀ ਸਰ ਖਾਸੀਅਤ ਇਹ ਹੈ ਵੀ ਇਹਦਾ ਜਿਹੜਾ ਆ ਇਹ ਬਣਿਆ ਸੀਗਾ ਠੰਡੇ ਮੁਲਕਾਂ ਵਾਸਤੇ, ਵੀ ਸਾਈਬੇਰੀਅਨ ਕੰਟਰੀ ਵੀ ਜਿੱਥੇ ਬਰਫ਼ ਜਿਹੜੀ ਹੈ ਵੀ ਜਿਹੜਾ ਪੂਰਾ ਇੱਥੇ ਤੱਕ ਬਰਫ਼ ਆ ਜੇ ਤਾਂ ਵੀ ਇਹ ਜਿਹੜਾ ਹੈ ਇਹਦੀ ਕਰੋਲਿੰਗ ਪਾਵਰ ਬਹੁਤ ਜ਼ਿਆਦਾ ਹੈ। ਮਤਲਬ ਇਹ ਰੁਕੂਗਾ ਨਹੀਂ, 6x6 ਹੈ, ਅਗਲੇ ਪਿਛਲੇ ਸਾਰੇ ਟਾਇਰ ਜਿਹੜੇ ਇਕੱਠੇ ਚੱਲਦੇ ਵੀ ਬਰਫ਼ ਦੇ ਵਿੱਚ ਦੀ ਇਹ ਲੰਘ ਜਾਂਦਾ ਹੈ। ਠੀਕ ਹੈ। ਤੇ ਹੁਣ ਇਸ ਟਰੱਕ ਦਾ ਇੱਥੇ ਕੀ ਕਰਨਾ ਤੁਸੀਂ, ਇਹਨੂੰ ਕੀ ਬਣਾਉਣਾ? ਇਹ ਟਰੱਕ ਜਿਹੜਾ ਆ ਮੈਂ ਭਾਜੀ ਕੈਨੇਡਾ ਭੇਜਣਾ ਆ। ਇਹਦਾ ਜਿਹੜਾ ਵੈਨਿਟੀ ਵੈਨ ਕਮ ਫੂਡ ਟਰੱਕ ਇਹਦਾ ਬਣਾ ਕੇ ਭੇਜਣਾ। ਉਹਨਾਂ ਦਾ ਰੈਸਟੋਰੈਂਟ ਦਾ ਬਿਜ਼ਨਸ ਹੈ ਭਾਜੀ ਦਾ, ਜਿਨ੍ਹਾਂ ਵਾਸਤੇ ਤਿਆਰ ਕਰਦੇ ਪਏ ਆ। ਤੇ ਉਹਨਾਂ ਨੇ ਜਿਵੇਂ ਰਿਮੋਟ ਏਰੀਆ ਦੇ ਵਿੱਚ ਕੋਈ ਪਾਰਟੀ ਆਰਗੇਨਾਈਜ਼ ਕਰਦੇ ਆ ਤਾਂ ਉੱਥੇ ਇੱਕ ਮੰਨ ਲਓ ਵੀ ਜਿਹੜਾ ਆਰਗੇਨਾਈਜ਼ ਕਰ ਰਿਹਾ ਪਾਰਟੀ ਉਹਨੂੰ ਇੱਕ ਮਤਲਬ ਰੂਮ ਇੱਕ ਚਾਹੀਦਾ ਹੁੰਦਾ ਵੀ ਜਿੱਥੇ ਉਹ ਰੁਕ ਜਾਣ, ਬੈਠ ਕੇ ਗੱਲਬਾਤ ਕਰਨ। ਤਾਂ ਪੂਰਾ ਚਾਲੂ ਕੰਡੀਸ਼ਨ ਚ ਕਰਕੇ ਪੂਰਾ ਰੂਮ ਟਾਈਪ ਦਾ ਇੱਕ ਬਣ ਕੇ ਇਹਦੇ ਮਗਰ ਤੇ ਉੱਥੇ ਕੈਨੇਡਾ ਜਾਣਾ ਹੈ ਜੀ। ਤੇ ਹੋਰ ਤੁਹਾਡੀ ਵਰਕਸ਼ਾਪ ਦੇ ਵਿੱਚ ਵੀ ਮੈਂ ਦੇਖ ਰਿਹਾ ਸੀਗਾ ਕਾਫੀ ਕੁਝ ਪਿਆ ਹੋਇਆ। ਇੱਕ ਸਾਲ ਦੇ ਵਿੱਚ ਤੁਸੀਂ ਮੋਟਰਸਾਈਕਲ ਕਿੰਨੇ ਕੁ ਤਿਆਰ ਕਰ ਲੈਂਦੇ ਹੋ? ਮਤਲਬ ਜਿਹੜੀ ਮਾਈਨਰ ਫੈਬਰੀਕੇਸ਼ਨ ਜਿਨ੍ਹਾਂ 'ਚ ਹੁੰਦੀਆਂ ਨੇ, ਛੋਟੇ ਕੰਮ ਹੋਣੇ ਹੁੰਦੇ, ਜਿਹੜੇ ਲੀਗਲ ਮੋਟਰਸਾਈਕਲ ਮਤਲਬ ਮੈਂ ਕਹਾਂ ਵੀ ਇੱਥੇ ਹੀ ਚੱਲਣੇ ਹੁੰਦੇ ਆ, ਉਹ ਤਾਂ ਅਪਰੋਕਸ ਵੀ 25-30 ਮੋਟਰਸਾਈਕਲ ਉਹ ਇੱਕ ਮਹੀਨੇ 'ਚ 2-3 ਮੋਟਰਸਾਈਕਲ ਜਿਹੜੇ ਛੋਟੇ ਵਾਲੇ ਹੁੰਦੇ ਨੇ ਕੰਮ ਉਹ ਚਲੇ ਜਾਂਦੇ ਨੇ। ਜਿਹੜੇ ਮੇਜਰ ਪ੍ਰੋਡਕਟ ਹੁੰਦੇ ਨੇ ਜਿਨ੍ਹਾਂ ਦੇ ਵੀ ਟਾਈਮ ਦੱਸਿਆ ਕਿ ਸਾਲ ਲੱਗ ਗਿਆ, ਟਾਈਮ ਲੱਗਣਾ ਆ, ਇਹ ਜਿਹੜੇ ਨੇ ਇਦਾਂ ਦੇ ਵੀ 3-4 ਵਹੀਕਲ ਜਿਹੜੇ ਨੇ ਐਨੂਅਲੀ ਇਹ ਜਾਂਦੇ ਨੇ ਜੀ। ਠੀਕ ਹੈ। ਇੱਕ ਆ ਤੁਹਾਡਾ ਇੱਥੇ ਪ੍ਰੋਜੈਕਟ ਜਿਹੜਾ ਚੱਲ ਰਿਹਾ ਹੈ ਇਹਦੇ ਬਾਰੇ ਵੀ ਦੱਸੋ ਕਿਉਂਕਿ ਇਸ ਦਾ ਜਿਹੜਾ ਇੱਕ ਚੱਕਾ ਹੈ ਬਹੁਤ ਅਲੱਗ ਕਿਸਮ ਦਾ ਜਿਹੜਾ ਦਿਖਾਈ ਇਹਨੂੰ ਹਬਲੈਸ ਵੀਲ ਕਹਿੰਦੇ ਆ। ਵੀ ਇਹਦੇ ਵਿੱਚ ਨਾ ਹੱਬ ਨਹੀਂ ਸੈਂਟਰ ਤੇ ਹੁੰਦੀ ਤੇ ਡਾਇਆ ਇਹਦਾ ਬਹੁਤ ਵੱਡਾ ਹੁੰਦਾ। ਜਿਵੇਂ ਇਹਦਾ 26 ਇੰਚ ਵੀਲ ਹੈ, ਇਹ 26 ਇੰਚ ਟਾਇਰ ਹੈ ਤੇ ਇਹਦਾ ਜਿਹੜਾ ਡਾਇਆ ਇੰਨਾ ਵੱਡਾ, ਇਹਦੇ ਵਿੱਚ ਜਿਹੜੀ ਪੈਰੀਮੀਟਰ ਡਿਸਕ ਹੁੰਦੀ ਹੈ ਵੀ ਸਾਈਡ ਤੇ ਹੀ ਲੱਗਦੀ ਹੈ, ਸੈਂਟਰ ਤੋਂ ਸਾਰਾ ਹੀ ਖਾਲੀ ਰਹੂਗਾ। ਤੇ ਬਾਕੀ ਇਹਦੇ ਵਿੱਚ ਹਾਰਲੇ ਡੇਵਿਡਸਨ ਦਾ ਇੰਜਨ ਹੈ, ਟਰਬੋ ਪਾਵਰਡ ਇਹਨੂੰ ਕੀਤਾ ਹੋਇਆ ਹੈ। ਵੀ ਜਿਹੜੀ ਨੋਰਮਲੀ ਜਿਹੜਾ ਆ ਵੀ ਮੋਟਰਸਾਈਕਲ ਦੇ ਵੀ ਟਰਬੋ ਨਹੀਂ ਆਉਂਦੀ। ਵੀ ਆਪਾਂ ਇਹਨੂੰ ਤੁਹਾਡਾ ਪ੍ਰੋਜੈਕਟ ਚੱਲ ਰਿਹਾ ਹਾਂ ਪ੍ਰੋਜੈਕਟ ਚੱਲ ਰਿਹਾ ਹੈ। ਜਿਹੜਾ ਇਹਦੇ ਪਾਰਟ ਸਾਰੇ ਬਿਲਡ ਹੋ ਚੁੱਕੇ ਨੇ। ਹੁਣ ਜਿਹੜੇ ਕੁਝ ਮੋਟਰਸਾਈਕਲ ਜਿਹੜੇ ਨੇ ਅਰਜੈਂਟ ਬੇਸ ਤੇ ਡਿਲੀਵਰੀ ਕਰਨ ਵਾਲੇ ਨੇ NRI ਦੇ, ਉਹਨਾਂ ਨੂੰ ਕਰਦੇ ਸਾਰੀ ਇਹ ਹੁਣ ਮੈਂ ਤਾਂ ਹੀ ਬਾਹਰ ਕੱਢਿਆ ਵੀ ਇਹ ਆਂਦੇ ਜਾਂਦੇ ਜਿਹੜਾ ਆ ਇਹ ਤੇ ਥੋੜਾ ਕੰਮ ਕਰਕੇ ਇਹਨੂੰ ਕੰਪਲੀਟ ਕਰਦਾ। ਤੇ ਅੱਜ ਜਿਸ ਤਰ੍ਹਾਂ ਤੁਸੀਂ ਇਸ ਵਰਕਸ਼ਾਪ ਦੇ ਵਿੱਚ ਬਣਾਉਂਦੇ ਹੋ, ਆ ਵੀ ਇੱਕ ਮੋਟਰਸਾਈਕਲ ਖੜਾ ਹੈ, ਇਹ ਕਿਹੜਾ ਮੋਟਰਸਾਈਕਲ ਹੈ? ਇਹ ਜਿਹੜਾ ਆ ਹੋਂਡਾ CBR ਇੱਕ ਮੋਟਰਸਾਈਕਲ ਹੈ ਤੇ 1000 cc ਇੰਜਨ ਹੈ, ਇਨਲਾਈਨ 4 ਸਿਲੰਡਰ। ਤੇ ਇਹਦੇ ਵਿੱਚ ਵੀ ਪੂਰਾ ਇਹ ਜਿਵੇਂ ਸਾਇੰਸ ਫਿਕਸ਼ਨ ਟਾਈਪ ਦਾ ਹੁੰਦਾ ਹੈ, ਵੀਡੀਓ ਗੇਮ ਵਗੈਰਾ 'ਚ ਜਿਹੜੇ ਨੇ ਵੀ ਜਿਹੜੇ ਪ੍ਰੈਕਟੀਕਲ ਮੋਟਰਸਾਈਕਲ ਬੰਦਾ ਇਹ ਕਹਿੰਦਾ ਵੀ ਯਾਰ ਇਹ ਤਾਂ ਡਰਾਇੰਗਾਂ ਹੀ ਹੁੰਦੀਆਂ ਨੇ, ਇਹ ਅਸਲ 'ਚ ਬਣ ਨਹੀਂ ਸਕਦੇ। ਇਹ ਉਸ ਤਰ੍ਹਾਂ ਦਾ ਇੱਕ ਡਿਜ਼ਾਈਨ ਪਹਿਲਾਂ ਡਰਾਇੰਗ ਬਣਾਉਂਦੇ ਹੋ ਇੱਕ ਜੇ ਕੋਈ ਮੋਟਰਸਾਈਕਲ? ਜਿਹੜੀ ਡਰਾਇੰਗ ਜਿਹੜੀ ਹੈ ਸਭ ਤੋਂ ਜ਼ਰੂਰੀ ਹੈ ਕਿਉਂਕਿ ਜੇ ਹੱਥ ਨਾਲ ਬਣਾਵਾਂਗੇ, ਜਿਵੇਂ ਉਹ ਇੱਕ ਟਰਮ ਆ ਜਾਂਦੀ ਨਾ ਦੇਸੀ ਹੈ, ਉਹ ਦੇਸੀ ਕੋਈ ਚੀਜ਼ ਉਦੋਂ ਹੁੰਦੀ ਹੈ ਜਦੋਂ ਉਹਦੀ ਡਰਾਇੰਗ ਨਹੀਂ ਹੁੰਦੀ। ਜਦੋਂ ਉਹਦੀ ਡਰਾਇੰਗ ਬਣ ਜਾਂਦੀ ਹੈ ਪ੍ਰੋਪਰ। ਕਿਸ ਤਰ੍ਹਾਂ ਬਣਾਉਂਦੇ ਹੋ ਤੁਸੀਂ ਡਰਾਇੰਗ? ਜਿਵੇਂ ਮੈਂ ਤੁਹਾਨੂੰ ਸਿੰਪਲ ਹੀ ਦੱਸਾਂ, ਜਿਵੇਂ ਆਹ ਮੋਟਰਸਾਈਕਲ ਇੱਕ ਜਿਹੜਾ ਸੀਗਾ ਨਾ, ਉਹ ਜਿਹੜਾ ਆਪਾਂ ਟਰਾਈਕ ਵੇਖਦੇ ਪਏ ਆ, ਟਰਾਈਕ ਦੇ ਇੱਕ ਮਤਲਬ ਉਹਦੇ 'ਚ ਇੱਕ ਬੜੀ ਛੋਟਾ ਜਿਹਾ ਪਾਰਟ ਹੈ, ਰਿਵਰਸ ਗੇਅਰ ਲਗਾਇਆ ਉਹਦੇ 'ਚ। ਰਿਵਰਸ ਗੇਅਰ ਨੂੰ ਜਿਹੜਾ ਆ ਵੀ ਅਟੈਚ ਕਰਨਾ, ਜਿਵੇਂ ਉਹ ਇੱਕ ਲੀਵਰ ਜਸਟ ਪਿੱਛੇ ਕਰੋ ਤੇ ਉਹ ਜਿਹੜਾ ਆ ਵੀ ਉਹ ਰਿਵਰਸ ਚੱਲਣ ਲੱਗ ਜਾਂਦਾ। ਉਹਦੀ ਜਿਹੜੀ ਇੱਕ ਪ੍ਰੋਪਰ ਡਰਾਇੰਗ ਬਣਾਉਣੀ ਪੈਂਦੀ ਹੈ ਵੀ ਗੇਅਰ ਇੱਥੋਂ ਸ਼ਿਫਟ ਹੋਊਗਾ, ਇੱਥੇ ਹੋਊਗਾ। ਇੱਕ ਜਿਹੜਾ ਮੋਟਾ ਜਿਹਾ ਇੱਕ ਵੱਡੀ ਡਰਾਇੰਗ ਜਿਹੜੀ ਹੈ ਮੈਂ ਤੁਹਾਨੂੰ ਇਹਦੀ ਦਿਖਾ ਦਿੰਦਾ ਟਰੱਕ ਦੀ। ਜਿਵੇਂ ਆ ਇੱਕ ਤੁਸੀਂ ਡਰਾਇੰਗ ਦੇਖ ਰਹੇ ਹੋ ਵੀ ਇਹਦੇ 'ਚ ਦੇ ਹਿਸਾਬ ਨਾਲ ਸਾਰੀ ਚੀਜ਼ਾਂ ਵੀ ਆਹ ਟਾਇਰ ਤੋਂ ਆਹ ਟਾਇਰ ਦਾ ਇੰਨਾ ਗੈਪ ਹੈ, ਸਟੀਅਰਿੰਗ ਇੰਨੀ ਦੂਰ ਹੈ, ਆ ਜਿਹੜਾ ਵੀਲ ਬੇਸ ਹੈ 126 ਇੰਚ, ਸਾਰੀ ਚੀਜ਼ਾਂ ਜਦੋਂ ਇਦਾਂ ਹੋਣਗੀਆਂ ਤੇ ਪਰਫੈਕਟ ਉਹਨੂੰ ਕਾਰੀਗਰ ਵੀ ਉਸੇ ਜਿਹੜਾ ਆ ਵੀ ਦਿਲਚਸਪੀ ਨਾਲ ਉਹਨੂੰ ਦੇਖ ਕੇ ਉਹਨੂੰ ਕੰਮ ਕਰੂਗਾ। ਕਹਿੰਦੇ ਡਰਾਇੰਗ ਬਣਾਉਣੀ ਤਾਂ ਸੌਖੀ ਆ, ਉਸ ਡਰਾਇੰਗ ਨੂੰ ਪ੍ਰੈਕਟੀਕਲ ਲਾਈਫ ਦੇ ਵਿੱਚ ਲੈ ਕੇ ਆਉਣਾ ਜਿਹੜਾ ਮੁਸ਼ਕਿਲ ਹੁੰਦਾ। ਪਰ ਜੇ ਇੱਛਾ ਹੋਊਗੀ ਵੀ ਹਾਂ ਅਸੀਂ ਪਰਫੈਕਟ ਹੀ ਕਰਨਾ ਹੈ ਤਾਂ ਮਤਲਬ ਉਹ ਤੁਹਾਡੇ ਸਾਹਮਣੇ ਉਹ ਵਰਕਿੰਗ ਰਹੂਗੀ। ਜੇ ਕਿਸੇ ਵੀ ਚੀਜ਼ 'ਚ ਇਹਦੇ 'ਚ ਗੁੰਜਾਇਸ਼ ਰੱਖਾਂਗੇ ਫਿਰ ਉਹ ਜਿਹੜਾ ਆਮ ਮਕੈਨਿਕ ਕਹਿ ਦਿੰਦੇ ਵੀ ਚੱਲ ਕੇ ਠੀਕ ਹੋ ਜਾਊਗਾ, ਫਿਰ ਉਵੇਂ ਹੀ ਕਹਿਣਾ ਪੈਣਾ ਵੀ ਹਾਂ ਚੱਲ ਕੇ ਠੀਕ ਹੋ ਜਾਊਗਾ। ਵੀ ਉਦਾਂ ਦਾ ਕਹਿੰਦੇ ਨੇ ਕਿ ਕੋਈ ਇੱਕ ਚੀਜ਼ ਦੀ ਮੋਡੀਫਿਕੇਸ਼ਨ ਹੱਦ ਨਾਲੋਂ ਵੱਧ ਹੋ ਜੇ ਤਾਂ ਉਹ ਚੀਜ਼ ਜਿਹੜੀ ਆ ਉਹ ਬਹੁਤਾ ਦੇਰ ਚੱਲਦੀ ਨਹੀਂ, ਲਾਈਫ ਨਹੀਂ ਹੁੰਦੀ। ਬਿਲਕੁਲ ਇਦਾਂ ਹੀ ਹੁੰਦਾ ਵੀ ਜੇ ਕੋਈ ਮੋਟਰਸਾਈਕਲ ਵੀ ਮੈਂ ਤਾਂ ਕਹਾਂ ਨਾ, ਜਿਵੇਂ ਕਈ ਵਾਰੀ ਐਂਬੀਸ਼ੀਅਸ ਕਸਟਮਰ ਆ ਜਾਂਦੇ ਨੇ
ਤਾਂ ਉਹ ਕਹਿੰਦੇ ਵੀ ਮੇਰਾ ਆ ਵੀ ਕਰ ਦਿਓ, ਇਸੇ ਮੋਟਰਸਾਈਕਲ 'ਚ ਇੰਜਨ ਵੀ ਅਪਗ੍ਰੇਡ ਕਰ ਦਿਓ, 에ਅਰ ਸਸਪੈਂਸ਼ਨ ਵੀ ਲਾ ਦਿਓ, ਟਾਇਰ ਵੀ ਐਂ ਕਰ ਦਿਓ, ਹੈਂਡਲ ਵੀ ਐਂ ਕਰ ਦਿਓ। ਉਹ ਮੋਟਰਸਾਈਕਲ ਕਦੇ ਪੂਰੇ ਹੀ ਨਹੀਂ ਹੁੰਦੇ, ਜਿਹਦੇ 'ਚ ਕਸਟਮਰ ਦੀ ਇਨਪੁਟ ਹਰ ਦੂਜੇ ਦਿਨ ਤੀਜੇ ਦਿਨ ਆਉਂਦੀ ਰਹੂਗੀ ਨਾ, ਉਹ ਫਿਰ ਸਾਈਡ 'ਤੇ ਹੀ ਲਾਉਣੇ ਪੈਂਦੇ ਆ ਵੀ। ਤੇ ਪ੍ਰੈਕਟੀਕਲ ਜਿਹੜਾ ਪ੍ਰੋਜੈਕਟ ਹੈ ਉਹੀ ਕੰਪਲੀਟ ਹੋਊਗਾ ਜਿਹੜਾ ਡੇ 1 ਤੇ ਫਾਈਨਲ ਹੋ ਗਿਆ ਵੀ ਆ ਇਹਦੇ 'ਚ ਹੋਣਾ ਆ। ਤੇ ਬਾਹਲੀ ਗੱਲ ਹੈ ਉਹਦੇ 'ਚ ਕਲਰ ਦਾ ਜਾਂ ਕੋਈ ਚੀਜ਼ ਦਾ ਇਨਪੁਟ ਕਸਟਮਰ ਦਾ ਜਿਹੜਾ ਰਵੇ ਉਹ ਹੋ ਜਾਊਗਾ। ਜੇ ਉਹਦੇ 'ਚ ਰੋਜ਼ ਹੀ ਕੁਝ ਨਵਾਂ ਐਡ ਕਰੀ ਜਾਵਾਂਗੇ ਕੋਈ ਵੀ ਚੀਜ਼ ਕਦੇ ਪੂਰੀ ਨਹੀਂ ਹੋਣੀ ਉੱਦਾਂ। ਆਪਣੀ ਬਾਰੇ ਹੁਣ ਕਹਾਣੀ ਦੱਸੋ ਸੀ, ਆਪਣੇ ਮੋਟਰਸਾਈਕਲਾਂ ਬਾਰੇ ਤਾਂ ਦੱਸਤੀ ਕਿ ਤੁਸੀਂ ਦੱਸਿਆ ਕਿ ਫਾਰਮੇਸੀ ਤੋਂ ਬਾਅਦ ਪਹਿਲਾ ਮੋਟਰਸਾਈਕਲ ਕਿਹੜਾ ਖੋਲਿਆ ਸੀਗਾ? ਫਾਰਮੇਸੀ ਤੋਂ ਬਾਅਦ ਤਾਂ ਪਹਿਲਾ ਮੋਟਰਸਾਈਕਲ ਮੈਂ ਉਹ ਬੰਦ ਵੀ ਹੋਇਆ ਸੀਗਾ ਕਿ ਨਹੀਂ ਮੋਟਰ? ਹਾਂ ਜ਼ਰੂਰ ਉਹਦੇ ਬਾਰੇ ਮੈਂ ਦੱਸੂਗਾ ਵੀ ਡੀਜ਼ਲ ਮੋਟਰਸਾਈਕਲ ਜਿਹੜਾ ਇੱਕ ਸੀਗਾ ਰਾਇਲ ਇਨਫੀਲਡ ਦਾ, ਉਹ ਵੀ ਉਹਦਾ ਚੂਜ਼ ਕਰਨ ਦਾ ਵੀ ਇਹ ਕਾਰਨ ਸੀਗਾ ਵੀ ਮਤਲਬ ਬਾਕੀ ਸਾਰੇ ਤਾਂ ਆਮ ਦਿਖੀ ਜਾਂਦੇ ਸੀ ਮੈਨੂੰ, ਰਾਇਲ ਇਨਫੀਲਡ ਜਿਹੜੇ ਬੁਲਟ ਵਾਲੇ ਆਮ ਮੇਰੇ ਯਾਰ ਦੋਸਤ ਸਾਰੇ ਚਲਾਈ ਜਾਂਦੇ। ਇੱਕ ਦਿਨ ਮੈਂ ਇੱਕ ਦੋਜੀ ਨੂੰ ਦੇਖਿਆ ਵੀ ਉਹ ਡੀਜ਼ਲ ਮੋਟਰਸਾਈਕਲ ਲਈ ਜਾਵੇ, ਤੇ ਮੈਂ ਉਹਨੂੰ ਪੁੱਛਿਆ ਵੀ ਆ ਯਾਰ ਕਿਹੜਾ ਮੋਟਰਸਾਈਕਲ ਹੈ, ਇਹਦਾ ਇੰਜਨ ਥੋੜਾ ਜਿਹਾ ਅਲੱਗ ਨਜ਼ਰ ਆ ਰਿਹਾ। ਤਾਂ ਉਹ ਕਹਿੰਦਾ ਵੀ ਇਹ ਡੀਜ਼ਲ ਹੈ, ਇਹਦੀ 80 ਦੀ ਐਵਰੇਜ ਹੈ। ਮੈਨੂੰ ਤਾਂ ਪਹਿਲਾਂ ਸੁਣ ਕੇ ਹੈਰਾਨੀ ਹੋਈ, ਮੈਂ ਕਿਹਾ 80 ਦੀ ਐਵਰੇਜ ਬੁਲਟ ਕਿਵੇਂ ਦਊਗਾ ਯਾਰ? ਤੇ ਮੈਂ ਕਿਹਾ ਇਹ ਤਾਂ ਪੋਸੀਬਲ ਨਹੀਂ ਹੈਗਾ, ਤੂੰ ਐਵੇਂ ਹੀ ਟੁੱਲ ਮਾਰੀ ਜਾਂਦਾ, ਮੈਨੂੰ ਭਕਾਈ ਜਾਂਦਾ। ਕਹਿੰਦਾ ਨਹੀਂ ਵੀ ਆ ਇਦਾਂ ਕਰਕੇ ਹੁੰਦਾ। ਤੇ ਮੈਂ ਕਿਹਾ ਚਲੋ ਠੀਕ ਹੈ। ਫਿਰ ਮੈਨੂੰ ਪੁੱਛਿਆ ਮੈਂ ਕਿ ਇਹ ਮਤਲਬ ਹੁਣ ਕਿਉਂ ਨਹੀਂ ਦੇਖਦੇ ਪਏ, ਕਿੱਥੇ ਚਲ ਗਏ ਮੋਟਰਸਾਈਕਲ? ਕਹਿੰਦਾ ਇਹ ਬੈਨ ਕਰਤੇ ਕੰਪਨੀ ਨੇ, ਆਪ ਹੀ ਆ ਬੰਦ ਕਰਤੇ ਵੀ, ਕਹਿੰਦੇ ਵੀ ਇਹਨਾਂ 'ਚ ਦਿੱਕਤਾਂ ਸੀਗੀਆਂ। ਤੇ ਮੈਂ ਕਿਹਾ ਵੀ ਐਡੀ ਵੱਡੀ ਕੰਪਨੀ ਰਾਇਲ ਇਨਫੀਲਡ ਦਿੱਕਤਾਂ ਸੀਗੀਆਂ ਤੇ ਆਪਣਾ ਮਾਡਲ ਹੀ ਬੰਦ ਕਰਤਾ, ਇਦਾਂ ਕਿਵੇਂ? ਉਹਦੇ ਬਾਰੇ ਮੈਂ ਥੋੜਾ ਸਟੱਡੀ ਕੀਤਾ। ਉਹ ਵਾਕਈ ਉਹ ਜਿਹੜਾ ਡੀਜ਼ਲ ਮੋਟਰਸਾਈਕਲ ਸੀਗਾ ਉਹਦੇ 'ਚ ਇੱਕ ਤਾਂ ਸਮੋਕ ਦੀ ਪ੍ਰੋਬਲਮ ਸੀਗੀ ਵੀ ਧੂੰਆਂ ਬਹੁਤ ਜ਼ਿਆਦਾ ਮਾਰਦਾ ਸੀ, ਤੇ ਇੱਕ ਉਹਦਾ ਸਭ ਤੋਂ ਵੱਡਾ ਦਿੱਕਤ ਸੀਗੀ ਵੀ ਉਹ ਸਰਦੀਆਂ 'ਚ ਉਹਨੇ ਸਟਾਰਟ ਹੀ ਨਹੀਂ ਹੋਣਾ ਸਵੇਰੇ। ਫਿਰ ਮੈਂ ਕਿਹਾ ਚਲੋ ਦੇਖਦੇ ਆ, ਉਹੀ ਮੋਟਰਸਾਈਕਲ ਮੈਂ ਲਿਆ ਤੇ ਮੈਂ ਵੀ ਚਾਹ 'ਚ ਸਵੇਰੇ 5 ਵਜੇ ਫਿਰ ਠੰਡ 'ਚ ਹੀ ਉੱਠ ਕੇ ਮੈਂ ਮਾਰੀਆਂ ਉਹਨੂੰ ਕਿੱਕਾਂ, ਉਹ ਮੈਂ ਹੰਬ ਗਿਆ, ਉਹ ਸਟਾਰਟ ਨਹੀਂ ਹੋਇਆ। ਤੇ ਮੈਂ ਸੋਚਿਆ ਮੈਂ ਕਿਹਾ ਯਾਰ ਡੀਜ਼ਲ ਮੋਟਰਸਾਈਕਲ ਤਾਂ ਜਿਹੜੇ ਨੇ ਵੀ ਨਹੀਂ ਸਟਾਰਟ ਹੋਏ, ਡੀਜ਼ਲ ਗੱਡੀਆਂ ਵੀ ਤਾਂ ਸਟਾਰਟ ਹੋ ਰਹੀਆਂ ਉਹਨਾਂ 'ਚ, ਤੇ ਉਹਨਾਂ 'ਚ ਕੀ ਫਰਕ ਹੈ? ਤਾਂ ਐਵੇਂ ਹੌਲੀ ਜਿਵੇਂ ਪੜ੍ਹਦੇ ਆ ਫਿਰ ਪਤਾ ਲੱਗਿਆ ਵੀ ਉਹਨਾਂ 'ਚ ਹੀਟਰ ਲੱਗੇ ਹੁੰਦੇ ਨੇ। ਤਾਂ ਫਾਰਮੇਸੀ ਵਾਲੇ ਸਟੂਡੈਂਟ ਨੂੰ ਤਾਂ ਹੀਟਰ ਦਾ ਕੋਈ ਲੈਣਾ ਦੇਣਾ ਨਹੀਂ, ਉਹ ਕਹਿੰਦਾ ਵੀ ਪਾਣੀ ਗਰਮ ਕਰਕੇ ਡਰੱਗਸ ਉਬਾਲ ਲਓ ਤੇ ਉਹਦਾ ਪਾਣੀ ਕੱਢ ਲਓ। ਹੀਟਰ ਮੇਰੇ ਹਿਸਾਬ ਨਾਲ ਤਾਂ ਉਹ ਸੀਗਾ। ਤੇ ਮਕੈਨਿਕ ਨਾਲ ਮਿਲੇ, ਬੜੀ ਸਾਰੀ ਵਰਕਸ਼ਾਪਾਂ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਵੀ ਆਹ ਹੀਟਰ ਹੁੰਦੇ ਨੇ। ਮੈਂ ਆਪਣੇ ਮੋਟਰਸਾਈਕਲ 'ਚੋਂ ਸਾਰੀ ਚੀਜ਼ਾਂ ਅਪਲਾਈ ਕੀਤੀਆਂ। ਜਦੋਂ ਉਹ ਮੇਰਾ ਸਕਸੈਸਫੁਲ ਹੋ ਗਿਆ ਫਿਰ ਮੈਨੂੰ ਕੌਨਫੀਡੈਂਸ ਹੋ ਗਿਆ ਵੀ ਮੈਂ ਜਿਹੜੇ ਨੇ ਇਹ ਸੋਲੂਸ਼ਨ ਕਰ ਸਕਦਾ ਹਾਂ ਜਿਹੜੀਆਂ ਚੀਜ਼ਾਂ ਕਿਸ ਤਰ੍ਹਾਂ ਤੁਹਾਡੇ ਕੋਈ ਪਰਿਵਾਰ ਦੇ ਵਿੱਚੋਂ ਕੋਈ ਸੀਗਾ ਕੋਈ ਇਸ ਲਾਈਨ ਦੇ ਵਿੱਚ ਆਟੋਮੋਬਾਈਲ 'ਚ? ਤੁਸੀਂ ਕਿਸ ਤਰ੍ਹਾਂ? ਇਸ ਲਾਈਨ ਦੇ ਵਿੱਚ ਕੋਈ ਵੀ ਮੇਰਾ ਪਰਿਵਾਰਿਕ ਮੈਂਬਰ ਨਹੀਂ ਸੀਗਾ। ਸਾਰੇ ਜਿਹੜੇ ਨੇ ਮੈਡੀਕਲ ਬੈਕਗ੍ਰਾਉਂਡ ਤੋਂ ਨੇ, ਸਾਰੇ ਰੇਡੀਓਲੋਜੀ ਜਾਂ ਲੈਬੋਰੇਟਰੀ ਵਿੰਗ ਦੇ ਵਿੱਚ ਸਾਰੇ ਜੋਬ ਕਰ ਰਹੇ ਸੀਗੇ। ਤੇ ਮੈਂ ਵੀ ਫਾਰਮੇਸੀ ਦਾ ਕੀਤਾ ਸੀਗਾ। ਮੇਰੀ ਵੀ ਰਿਸਰਚ ਐਂਡ ਡਿਵੈਲਪਮੈਂਟ ਦੇ ਵਿੱਚ ਹੀਰੋ ਡੀਐਮਸੀ ਜਾਂ ਡੀਐਮਸੀ ਗਰੁੱਪ ਹੈ ਜਿਹੜਾ ਹੀਰੋ ਵਾਲਾ ਦਾ, ਉੱਥੇ ਜੋਬ ਕੀਤੀ ਮੈਂ। ਫਿਰ ਇੱਕ ਜਿਹੜੀ ਮੈਡੀਸਨਸ ਦੀ ਕੰਪਨੀ ਹੈ ਉਹਦੇ ਵਿੱਚ ਰੈਪਿਊਟਡ ਕੰਪਨੀ ਦੇ ਵਿੱਚ ਜੋਬ ਕੀਤੀ, 6-7 ਸਾਲ ਉੱਥੇ ਲਾਏ। 9 ਤੋਂ 3 ਉੱਥੇ ਕਰਦਿਆ ਰਿਹਾ ਮੈਂ। ਤੇ ਫਿਰ 3 ਵਜੇ ਆਪਣੀ ਛੋਟੀ ਜਿਹੀ ਵਰਕਸ਼ਾਪ ਬਣਾਈ ਹੋਈ ਸੀ, 3 ਵਜੇ ਉੱਥੇ ਆਉਂਦੇ ਸੀ, 9-10 ਉੱਥੇ ਤਾਂ ਕੋਈ ਟਾਈਮ ਨਹੀਂ ਸੀਗਾ। ਫਿਰ ਕਿੰਨੇ ਵਜੇ ਤੱਕ ਉੱਥੇ ਕਰਦੇ ਇਹਦੇ ਵਿੱਚ ਨਾ ਚੀਜ਼ਾਂ ਬਹੁਤ ਹੁੰਦੀਆਂ ਨੇ ਕਿ ਇੱਕ ਚੀਜ਼ ਇੰਜਨ ਜੇ ਖੋਲਣਾ ਤਾਂ ਕਿਹੜਾ ਨਟ ਖੋਲਣਾ ਹੈ, ਅੰਦਰੋਂ ਕਿਹੜੀ ਵਾਸ਼ਲ ਕੱਢਣੀ ਹੈ, ਉਹ ਕਿਸ ਤਰ੍ਹਾਂ ਫਿਰ ਦੇਖਿਆ? ਕਿਉਂਕਿ ਉਹ ਕਹਿੰਦੇ ਕਿ ਪ੍ਰੈਕਟੀਕਲ ਕੀਤੇ ਬਿਨਾ ਕੁਝ ਨਹੀਂ ਹੁੰਦਾ। ਬਿਲਕੁਲ, ਮਤਲਬ ਮੇਰਾ ਐਵੇਂ ਸੀਗਾ ਜਿਵੇਂ ਮੈਂ ਕਿਸੇ ਮਕੈਨਿਕ ਕੋਲੇ ਜਾਣਾ ਨਾ ਵੀ ਮੇਰਾ ਕਲੱਚ ਦੀ ਪਲੇਟਾਂ ਇਹਦੀ ਚੇਂਜ ਕਰ ਦਿਓ, ਤਾਂ ਮੈਂ ਉਹਨੂੰ ਕਹਿਣਾ ਵੀ 50 ਰੁਪਏ ਮੈਂ ਤੈਨੂੰ ਵੱਧ ਦਊਂਗਾ ਪਰ ਮੈਂ ਦੇਖੂੰਗਾ ਖੜ ਕੇ ਵੀ ਕਿਵੇਂ ਹੁੰਦਾ ਹੈ। ਜਿਵੇਂ ਪੇਂਟਰ ਬੁਲਾਉਂਦੇ ਸੀਗੇ ਤਾਂ ਉਹ ਕਹਿੰਦੇ ਵੀ ਸਭ ਤੋਂ ਵਧੀਆ ਪੇਂਟਰ ਮੈਂ ਦੇਖਣਾ ਵੀ ਲੁਧਿਆਣੇ 'ਚ ਕਿਹੜੀ ਵਰਕਸ਼ਾਪ 'ਚ ਜਾਂ ਯੂਪੀ 'ਚ ਇੱਕ ਮੇਰੀ ਵਰਕਸ਼ਾਪ ਸੀਗੀ ਸਹਾਰਨਪੁਰ 'ਚ, ਉੱਥੋਂ ਜਿਹੜਾ ਸਭ ਤੋਂ ਟੌਪ ਦਾ ਕਾਰੀਗਰ ਹੋਣਾ ਉਹਨੂੰ ਬੁਲਾਉਂਦੇ ਸੀ ਵੀ ਉਹਨੂੰ ਦੇਖਦੇ ਸੀ। ਜਸਟ ਦੇਖਣਾ ਹੀ ਵੀ ਉਹਦਾ ਵੇ ਕੀ ਹੈ ਕੰਮ ਕਰਨ ਦਾ, ਤੇ ਉਹੀ ਅਬਜ਼ੋਰਬ ਕਰ ਲੈਣਾ ਉਹਨੂੰ। ਫਿਰ ਅਗਲੇ ਦਿਨ ਆਪ ਅਪਲਾਈ ਕਰਕੇ ਦੇਖਣਾ ਵੀ ਆਹ ਕਿੱਦਾਂ ਕਰਕੇ ਹੋਇਆ। ਬਸ ਇੱਦਾਂ ਹੀ ਸਿੱਖ ਕੇ ਕਰਕੇ ਹੀ ਹੋ ਗਿਆ ਸਾਰਾ। ਉੱਦਾਂ ਇੰਡੀਵਿਜੂਅਲੀ ਮੈਂ ਕਹਾਂ ਮੇਰਾ ਕੋਈ ਉਸਤਾਦ ਨਹੀਂ ਹੈਗਾ। ਸਿੱਖਿਆ ਬਹੁਤ ਲੋਕਾਂ ਕੋਲੇ, ਜਿੰਨੇ ਵੀ ਲੋਕ ਮੇਰੇ ਕੋਲ ਕੰਮ ਕਰਨ ਆਏ, ਜਿਨ੍ਹਾਂ ਕੋਲ ਮੈਂ ਕੰਮ ਕਰਵਾਉਣ ਗਿਆ, ਹਰੇਕ ਕੋਲੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ। ਤੇ ਹੁਣ ਤੁਹਾਡੇ ਮੋਟਰਸਾਈਕਲ ਕਿਹੜੀ ਕੰਟਰੀ ਦੇ ਵਿੱਚ ਜਾਂਦੇ? ਹੁਣ ਪ੍ਰੈਜ਼ੈਂਟਲੀ ਅੱਜ ਦੇ ਦਿਨ ਦੀ ਜੇ ਗੱਲ ਕਰਾਂ ਤਾਂ ਅੱਜ ਹੀ ਆਪਣੇ 2 ਤੁਹਾਨੂੰ ਮੈਂ ਉੱਧਰ ਦਿਖਾਏ, 2 ਦੁਬਈ ਜਾਣੇ ਆ, 2 ਕੈਨੇਡਾ। ਜਿਹੜਾ ਇੱਕ ਬੁਲਟ ਤੁਸੀਂ ਦੇਖਿਆ ਹੋਵੇ ਸਿੱਖੀ ਜਮਾਟ ਵਾਲਾ ਹੋਇਆ ਹੋਇਆ ਇੱਕ ਅੰਦਰ ਖੜਾ, ਉਹ 2 ਕੈਨੇਡਾ ਨੇ। 4 ਜਿਹੜੇ ਨੇ ਇਸ ਵੇਲੇ ਜਿਹੜੇ ਨੇ ਆ ਜਾਣ ਵਾਲੇ ਨੇ, 2 ਦੁਬਈ 2 ਕੈਨੇਡਾ। ਤੇ ਤੁਹਾਡਾ ਨਾਮ ਕਿਸ ਤਰ੍ਹਾਂ ਬਣਿਆ? ਲੋਕ ਜਿਸ ਤਰ੍ਹਾਂ ਕੈਨੇਡਾ ਤੋਂ ਤੁਹਾਨੂੰ ਮਤਲਬ ਆਰਡਰ ਦਿੰਦੇ ਨੇ, ਨਾਮ ਕਿਸ ਤਰ੍ਹਾਂ ਬਣਿਆ ਤੁਹਾਡਾ? ਇਹ ਭਾਜੀ ਬੜੀ ਨਾ, ਸਭ ਤੋਂ ਪਹਿਲਾਂ ਮੋਟਰਸਾਈਕਲ ਤੁਹਾਡਾ ਮਤਲਬ ਮਸ਼ਹੂਰ ਕਿਸ ਤਰ੍ਹਾਂ ਹੋਇਆ? ਸਭ ਤੋਂ ਪਹਿਲਾਂ ਤਾਂ ਜਿਹੜਾ ਡੀਜ਼ਲ ਮੋਟਰਸਾਈਕਲ ਮੈਂ ਬਣਾਇਆ ਸੀ, ਡੀਜ਼ਲ ਮੋਟਰਸਾਈਕਲ ਦੀ ਵੀ ਕਮਿਊਨਿਟੀ ਬਣੀ ਹੋਈ ਹੈ ਇੱਕ, ਵੀ ਆਲ ਓਵਰ ਵਰਲਡ ਜਿਹੜਾ ਆ ਵੀ ਡੀਜ਼ਲ ਨੈਟ ਕਰਕੇ ਇੱਕ ਹੈ ਵੈਬਸਾਈਟ, ਤੇ ਉਹਨਾਂ ਨੇ ਜੋ ਵੀ ਕੋਈ ਨਵਾਂ ਇਦਾਂ ਦਾ ਇਨੋਵੇਸ਼ਨ ਕਰਦਾ ਹੈ ਉਹਨੂੰ ਉਹ ਪ੍ਰਮੋਟ ਕਰਦੇ ਨੇ। ਉਹਨਾਂ ਨੇ ਮੇਰਾ ਪਾਇਆ, ਮੈਂ ਵੀ ਸੋਸ਼ਲ ਮੀਡੀਆ ਤੇ ਪਾਇਆ, ਤੇ ਮੇਰੇ ਯਾਰ ਦੋਸਤਾਂ ਨੇ ਸ਼ੇਅਰ ਕੀਤਾ, ਤਾਂ ਇੱਕਦਮ ਹੀ ਉਹ ਚਾਰੇ ਪਾਸੇ ਹੀ, ਕਿਉਂਕਿ ਉਸ ਵੇਲੇ ਜਿਹੜਾ 2011-12 'ਚ ਇੰਨਾ ਨਹੀਂ ਹੁੰਦਾ ਸੀਗਾ ਵੀ ਜਿਵੇਂ ਹੁਣ ਤਾਂ ਬਹੁਤ ਸਾਰੇ ਕਸਟਮਾਈਜ਼ਰ ਆ ਗਏ, ਉਦੋਂ ਇੰਨਾ ਨਹੀਂ ਸੀਗਾ।
ਤਾਂ ਉਹ ਪ੍ਰਮੋਸ਼ਨ ਹੋਈ, ਲੋਕਾਂ ਨੇ ਨੰਬਰ ਸੇਵ ਕੀਤੇ। ਮਤਲਬ ਉਹ ਵਾਲਾ ਨੰਬਰ ਤਾਂ ਇੰਨੇ ਫੋਨ ਆਉਂਦੇ ਸੀਗੇ, ਉਹ ਮੈਂ ਨੰਬਰ ਹੀ ਮੈਨੂੰ ਬੰਦ ਕਰਨਾ ਪੈ ਗਿਆ ਯਾਰ। ਮੈਂ ਕੰਮ ਮਤਲਬ ਮੈਂ ਫਾਰਮੇਸੀ ਤੇ ਜੋਬ ਕਰ ਰਿਹਾ ਤੇ ਆ ਮੈਨੂੰ ਫੋਨ ਸਾਰਾ ਦਿਨ ਆਹੀ ਆਉਂਦੇ ਨੇ, ਉਹ ਮੈਂ ਨੰਬਰ ਇੱਕ ਬੰਦ ਕੀਤਾ। ਫਿਰ ਹੌਲੀ ਹੌਲੀ ਦੇਖਿਆ ਯਾਰ ਇੰਨਾ ਰਿਸਪੌਂਸ ਆ ਰਿਹਾ, ਪਰ ਸੈਟਅਪ ਨਹੀਂ ਸੀਗਾ ਵੀ ਕਦੇ ਕਿਸੇ ਦੀ ਵਰਕਸ਼ਾਪ ਤੇ ਕੰਮ ਕਰ ਲਿਆ, ਕਦੇ ਕਿਤੋਂ ਕੰਮ ਕਰਾ ਲਿਆ। ਤਾਂ ਫਿਰ ਸਮਝਿਆ ਵੀ ਨਹੀਂ ਕਦੇ ਕੁਝ ਕਿਹਾ ਵੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਡੀ ਫੈਮਿਲੀ ਸਾਰੀ ਮੈਡੀਕਲ ਬੈਕਗ੍ਰਾਉਂਡ ਨਾਲ ਸੀਗੀ, ਤੁਸੀਂ ਵੀ ਉਹੀ ਕੰਮ ਕਰ ਰਹੇ ਸੀਗੇ, ਤੇ ਘਰਦਿਆਂ ਨੇ ਕਿਹਾ ਤੂੰ ਕਿੱਧਰ ਮਕੈਨਿਕ ਵਾਲੇ ਹੱਥ ਕਾਲੇ ਕਰਨ ਬਹਿ ਗਏ ਆ? ਸ਼ੁਰੂਆਤੀ ਤੌਰ ਤੇ ਤਾਂ ਮੈਡੀਕਲ ਲਾਈਨ ਵਾਈਟ ਕਾਲਰ ਜੌਬ ਆ। ਬਿਲਕੁਲ, ਮਤਲਬ ਸਟਾਰਟਿੰਗ ਦੇ ਵਿੱਚ ਤਾਂ ਐਵੇਂ ਸੀਗਾ ਵੀ ਮਤਲਬ ਮੈਂ ਇੱਕ ਕੱਪੜੇ ਆਪਣੇ ਮੋਟਰਸਾਈਕਲ ਦੇ ਵਿੱਚ ਰੱਖਦਾ ਸੀ ਵੀ ਜਿਹੜਾ ਆ ਵੀ ਜਦੋਂ ਜੋਬ ਮੇਰੀ ਖਤਮ ਹੋਈ ਤੇ ਮੈਂ ਕੱਪੜੇ ਚੇਂਜ ਕਰਕੇ ਆਪਣੀ ਵਰਕਸ਼ਾਪ ਤੇ ਆ ਗਿਆ। ਬਾਈ ਚਾਂਸ ਕਈ ਵਾਰੀ, ਕਿਉਂਕਿ ਪ੍ਰਾਈਵੇਟ ਜੋਬ ਇਦਾਂ ਦੀ ਹੁੰਦੀ ਹੈ, ਕੋਈ ਵਾਰੀ ਈਵਨਿੰਗ ਵੀ ਤੁਹਾਨੂੰ ਕਾਲ ਆ ਜਾਂਦੀ ਹੈ ਵੀ ਤੁਸੀਂ ਜਾਣਾ ਆ, ਉਦੋਂ ਫਿਰ ਹੱਥ ਪੈਰ ਧੋਣੇ, ਪੈਟਰੋਲ ਮਾਰਨਾ, ਉਹਨਾਂ ਦੇ ਸਰਫ ਮਾਰਨਾ, ਵੀ ਫਿਰ ਕੱਪੜੇ ਉਹੀ ਪਾਣੇ ਆਪਣੇ ਫਾਰਮਲ, ਫਿਰ ਉੱਥੇ ਜਾਣਾ। ਬਹੁਤ ਵਾਰੀ ਐਵੇਂ, ਕਿਉਂਕਿ ਸੇਲਸ ਵਾਲਾ ਜਿਹੜਾ ਡਿਪਾਰਟਮੈਂਟ ਹੁੰਦਾ ਨਾ, ਉਹ 'ਚ ਜਦੋਂ ਮੰਥ ਐਂਡ ਹੋਣਾ ਹੁੰਦਾ ਆ ਤਾਂ ਸੇਲ ਕਲੋਜ਼ਿੰਗ ਹੋਣੀ ਹੁੰਦੀ ਹੈ। ਸੇਲ ਕਲੋਜ਼ਿੰਗ ਹੁੰਦੀ ਹੈ ਤਾਂ ਕਈ ਵਾਰੀ ਤੁਹਾਨੂੰ ਕੋਈ ਕਿਸੇ ਸਟੋਕਿਸ ਦਾ ਵੀ ਚੈੱਕ ਦਾ ਚੱਕਰ ਅੜ ਗਿਆ, ਕੋਈ ਕਹਿੰਦਾ ਵੀ ਮੇਰਾ ਤਾਂ ਆਰਡਰ ਆਹੀ ਬਣਦਾ ਇਹ ਉਹ, ਤਾਂ ਉਦੋਂ ਜਾਣਾ, ਫਿਰ ਵਰਕਸ਼ਾਪ ਤੋਂ ਭੱਜਣਾ ਵੀ ਹੱਥ ਪੈਰ ਧੋ ਕੇ ਵੀ ਜਿਹੜਾ ਹੈ। ਕੀ ਕਹਿੰਦੇ ਹੁੰਦੇ? ਕਰਦੇ ਕਹਿੰਦੇ ਵੀ ਤੂੰ ਕਿਹੜੇ ਚੱਕਰਾਂ 'ਚ ਪਿਆ ਹਾਂ ਯਾਰ, ਤਾਂ ਆਰਾਮ ਨਾਲ ਤੇਰੀ ਵਧੀਆ ਜੋਬ ਜਿਹੜੀ ਲੱਗੀ ਹੋਈ ਹੈ ਉਹ ਕਰ, ਤੂੰ ਆਪਣਾ ਵੀ ਆਪਣਾ ਟੈਨਸ਼ਨ ਫਰੀ, ਜਿਵੇਂ ਸਾਰੇ ਜੀ ਰਹੇ ਨੇ ਐਵੇਂ ਜੀ ਵੀ ਤੂੰ ਹੱਥ ਕਾਲੇ ਕਰਦਾ ਕਿਉਂ ਹੱਥ ਕਾਲੇ ਕਰਦਾ ਫਿਰਦਾ ਤੇ ਕੱਪੜਿਆਂ ਦਾ ਨਾਸ ਮਾਰਤਾ ਤੂੰ, ਸਾਰਿਆਂ ਦਾ ਆਹ ਕਰਤਾ। ਪਰ ਜਿਹੜੀ ਵੀ ਮਤਲਬ ਵਿਊ ਹਰੇਕ ਬੰਦੇ ਦਾ ਅਲੱਗ ਹੁੰਦਾ। ਜਿਹੜਾ ਬੰਦੇ ਨੇ ਦੇਖ ਲਿਆ ਪਰਦੇ ਦੇ ਮਗਰ ਕੀ ਹੈ, ਉਹ ਦੂਜਿਆਂ ਨੂੰ ਪ੍ਰੈਜ਼ੈਂਟ ਕਰਨ ਵਾਸਤੇ ਉਹਨੂੰ ਪ੍ਰੂਵ ਕਰਨਾ ਪੈਂਦਾ ਵੀ ਹਾਂ ਜਿਹੜੀ ਚੀਜ਼ ਮੈਂ ਦੇਖੀ ਹੈ ਉਹ ਆਹ ਆ। ਮਤਲਬ ਇਦਾਂ ਬੋਲ ਕੇ ਨਹੀਂ ਦੱਸੀ ਜਾ ਸਕਦੀ, ਉਹ ਪ੍ਰੂਵ ਕਰਨ ਨੂੰ ਕਈ ਵਾਰੀ 10 ਸਾਲ ਕਿਸ ਤਰ੍ਹਾਂ ਮਹਿਸੂਸ ਕਰਦੇ ਨੇ, ਮਾਣ ਕਰਦੇ ਨੇ ਮਹਿਸੂਸ? ਬਿਲਕੁਲ ਬਿਲਕੁਲ ਮਾਣ ਕਰਦੇ ਨੇ। ਜਿਵੇਂ ਆ ਵੀਡੀਓਜ਼ ਆਉਂਦੀਆਂ ਨੇ ਜਾਂ ਕਈ ਵਾਰੀ ਰਿਸ਼ਤੇਦਾਰ ਕੋਈ ਵੀਡੀਓ ਉਹਨਾਂ ਨੂੰ ਭੇਜ ਦਿੰਦੇ ਆ ਵੀ ਆ ਜਿਹੜਾ ਤੁਹਾਡਾ ਵਹੀਕਲ ਬਣਾਇਆ ਸੀ। ਕਈ ਵਾਰੀ ਕੋਈ ਰਿਸ਼ਤੇਦਾਰ ਦੁਬਈ ਜਾਂਦਾ ਆ, ਉੱਥੇ ਦੁਬਈ ਮਾਲ ਦੇ ਵਿੱਚ ਆਪਣੇ ਲੱਗੇ ਹੋਏ ਨੇ, ਉਹ ਕਹਿੰਦੇ ਵੀ ਯਾਰ ਤੁਹਾਡਾ ਉੱਥੇ ਲੱਗਿਆ ਆ। ਹੁਣ ਉਹਨਾਂ ਨੂੰ ਲੱਗਦਾ ਵੀ ਹਾਂ ਵੀ ਸਹੀ ਹੈ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸਨ ਸਾਡੇ ਨਾਲ ਅਨੁਜ ਸੈਣੀ, ਜਿਨ੍ਹਾਂ ਦੀ ਅਸੀਂ ਵਰਕਸ਼ਾਪ ਦੇ ਵਿੱਚ ਆਏ ਹਾਂ। ਤਾਂ ਤਸਵੀਰਾਂ ਇੱਕ ਵਾਰੀ ਫੇਰ ਇਹਨਾਂ ਦੇ ਵਰਕਸ਼ਾਪ ਦੀਆਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਚਾਰੋਂ ਪਾਸੇ ਜਿੱਧਰ ਵੀ ਤੁਹਾਡੀ ਨਜ਼ਰ ਜਾਏਗੀ ਤਾਂ ਲੱਖਾਂ ਦੇ ਮੋਟਰਸਾਈਕਲ ਹੀ ਖੜੇ ਇੱਥੇ ਦਿਖਾਈ ਦੇਣਗੇ। ਮੋਡੀਫਾਈ ਹੋ ਰਹੇ ਨੇ ਮੋਟਰਸਾਈਕਲ, ਲੱਖਾਂ ਦੇ ਮੋਟਰਸਾਈਕਲ ਨੇ ਹਾਰਲੇ ਡੇਵਿਡਸਨ, ਤੇ ਹੁਣ ਤੱਕ ਕਈ ਮਹਿੰਗੇ ਤੋਂ ਮਹਿੰਗੇ ਮੋਟਰਸਾਈਕਲ ਜਿਹੜੇ ਨੇ ਇਹ ਖੋਲ ਚੁੱਕੇ ਨੇ, ਤੇ ਬਹੁਤ ਦੇਸ਼ ਵਿਦੇਸ਼ਾਂ ਦੇ ਵਿੱਚ ਇਹਨਾਂ ਦੇ ਮੋਟਰਸਾਈਕਲਾਂ ਦੀ ਚਰਚਾ ਵੀ ਹੁੰਦੀ ਹੈ। ਤਾਂ ਵਧੇਰੇ ਅਪਡੇਟਸ ਸੀ, ਸਾਨੂੰ ਜੁੜੇ ਰਹੋ। ਕੈਮਰਾਮੈਨ ਦੀਪਕ ਖੀਵਾ ਦੇ ਨਾਲ ਸਨਮਜੀਤ ਸਿੰਘ ਭੱਲਾ, ਲੁਧਿਆਣਾ।